a small message. आज ਅਸੀਂ ਇੱਕ ਛੋਟਾ ਜਿਹਾ ਸੰਦੇਸ਼ ਸੁਣਨ ਜਾ ਰਹੇ ਹਾਂ। Nowadays, so many people, when they see the mountain, their heart troubling that how can I climb that mountain? ਇਹਨਾਂ ਦਿਨਾਂ ਦੇ ਵਿੱਚ ਜਦ ਲੋਕ ਪਹਾੜ ਨੂੰ ਦੇਖਦੇ ਹਨ ਤਾਂ ਉਹਨਾਂ ਦੇ ਦਿਲ ਘਬਰਾ ਜਾਂਦੇ ਹਨ ਕਿ ਕਿਸ ਤਰ੍ਹਾਂ ਅਸੀਂ ਇਸ ਪਹਾੜ ਦੇ ਉੱਤੇ ਚੜਾਂਗੇ। Psalm 61:2. ਕਾਂਟ ਜ਼ਬੂਰ ਦੂਜਾ ਵਚਨ। Psalm 61:2. ਕਾਂਟ ਜ਼ਬੂਰ ਦੂਜਾ ਵਚਨ। ਮੈਂ ਆਪਣੇ ਮਨ ਦੇ ਨਿਡਾਲ ਹੋਣ ਵਿੱਚ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, ਤੂੰ ਉਸ ਚਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ। From the end of the earth will I cry unto thee, when my heart is overwhelmed, lead me to the rock that is higher than I. Lead me to the rock higher than I. ਤੂੰ ਉਸ ਚਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ। Dear child of God, in the Bible, there are 7 types of the mountains we can see. ਪਰਮੇਸ਼ਰ ਦੇ ਪਿਆਰੇ ਬੱਚਿਓ, ਬਾਈਬਲ ਦੇ ਵਿੱਚ ਅਸੀਂ 7 ਪ੍ਰਕਾਰ ਦੇ ਪਹਾੜਾਂ ਦੇ ਬਾਰੇ ਦੇਖ ਸਕਦੇ ਹਾਂ। And so many names are there in the Bible. ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਨਾਮ ਹਨ, But importantly, 7 mountains we are going to meditate this morning. ਅਤੇ ਮਹੱਤਵਪੂਰਨ 7 ਪਹਾੜਾਂ ਦੇ ਉੱਤੇ ਅੱਜ ਸਵੇਰ ਦੇ ਸਮੇਂ ਅਸੀਂ ਧਿਆਨ ਕਰਨ ਜਾ ਰਹੇ ਹਾਂ। Every mountain is not very small. It is higher and higher. We can't climb very easily. ਪਹਾੜ ਕੋਈ ਵੀ ਛੋਟਾ ਨਹੀਂ ਹੁੰਦਾ, ਉਹ ਉੱਚੇ ਤੋਂ ਉੱਚਾ ਹੁੰਦਾ ਹੈ ਅਤੇ ਆਸਾਨੀ ਦੇ ਨਾਲ ਅਸੀਂ ਉਸ ਦੇ ਉੱਤੇ ਚੜ੍ਹ ਨਹੀਂ ਸਕਦੇ। Dear child of God, that mountain God kept before us. ਪਰਮੇਸ਼ਰ ਦੇ ਪਿਆਰੇ ਬੱਚਿਓ, ਪਰਮੇਸ਼ਰ ਨੇ ਸਾਡੇ ਸਾਹਮਣੇ ਪਹਾੜ ਰੱਖਿਆ ਹੈ। That is a New Jerusalem city that is erected and building on the mountain. ਅਤੇ ਉਹ ਨਵਾਂ ਯਰੂਸ਼ਲਮ ਸ਼ਹਿਰ ਹੈ ਜੋ ਸਿੱਧਾ ਹੈ, ਜਿਸ ਦੇ ਉੱਤੇ ਇਮਾਰਤ ਦੀ ਉਸਾਰੀ ਚੱਲ ਰਹੀ ਹੈ। What King David says, ਰਾਜਾ ਦਾਊਦ ਕੀ ਕਹਿੰਦਾ ਹੈ? Lord, which mountain I am unable to climb, please help me to climb. ਪਰਮੇਸ਼ਰ, ਜਿਸ ਪਹਾੜ ਦੇ ਉੱਤੇ ਮੈਂ ਨਹੀਂ ਚੜ੍ਹ ਸਕਦਾ, ਮੈਨੂੰ ਉਸ ਪਹਾੜ ਤੇ ਚੜ੍ਹਨ ਲਈ ਸਹਾਇਤਾ ਕਰ। Because it is higher than me, ਕਿਉਂਕਿ ਮੇਰੇ ਤੋਂ ਉੱਚੀ ਹੈ, higher than I. ਮੇਰੇ ਤੋਂ ਉੱਚਾ ਹੈ। I can't climb, Lord. ਪ੍ਰਭੂ, ਮੈਂ ਨਹੀਂ ਚੜ੍ਹ ਸਕਦਾ, Help me to climb to that mountain. ਮੈਨੂੰ ਉਸ ਪਹਾੜ ਉੱਤੇ ਚੜ੍ਹਨ ਲਈ ਸਹਾਇਤਾ ਕਰ। Every believer and worker must pray that, Lord, help us, Lord, that we may reach that mountain. ਹਰੇਕ ਸੇਵਕ ਅਤੇ ਵਿਸ਼ਵਾਸੀ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪਰਮੇਸ਼ਰ ਸਾਡੀ ਉਸ ਪਹਾੜ ਉੱਤੇ ਚੜ੍ਹਨ ਲਈ ਸਹਾਇਤਾ ਕਰ। Bible says that Mount Zion and Mount Jerusalem. ਬਾਈਬਲ ਕਹਿੰਦੀ ਹੈ ਕਿ ਸੀਓਨ ਪਹਾੜ ਤੇ ਯਰੂਸ਼ਲਮ ਪਹਾੜ। Mount Zion for the servants of God. ਸੀਓਨ ਪਹਾੜ ਪਰਮੇਸ਼ਰ ਦੇ ਸੇਵਕਾਂ ਦੇ ਲਈ ਹੈ। If at all believers want to go that place, they can't because their calling is not a Zion. ਜੇਕਰ ਵਿਸ਼ਵਾਸੀ ਚਾਹਣ ਵੀ ਤਾਂ ਉਹ ਜਾ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਸੱਦਾ ਸੀਓਨ ਦਾ ਸੱਦਾ ਨਹੀਂ ਹੈ। But if you consecrated like a servant of God and live like a servant of God, I don't know, God may show mercy for you. ਪਰ ਜੇਕਰ ਤੁਸੀਂ ਪਰਮੇਸ਼ਰ ਦੇ ਸੇਵਕਾਂ ਦੀ ਤਰ੍ਹਾਂ ਤਿਆਗ ਵਾਲਾ ਪਵਿੱਤਰ ਜੀਵਨ ਬਤੀਤ ਕਰੋਗੇ ਤਾਂ ਸ਼ਾਇਦ ਪਰਮੇਸ਼ਰ ਤੁਹਾਡੇ ਉੱਤੇ ਦਇਆ ਦਿਖਾਏਗਾ। Dear child of God, we have to climb that Mount Zion and Jerusalem. ਪਰਮੇਸ਼ਰ ਦੇ ਪਿਆਰੇ ਬੱਚਿਓ, ਸਾਨੂੰ ਉਸ ਸੀਓਨ ਅਤੇ ਯਰੂਸ਼ਲਮ ਪਹਾੜ ਦੇ ਉੱਤੇ ਚੜ੍ਹਨਾ ਹੀ ਪਏਗਾ। Otherwise, you have no place in heaven. ਨਹੀਂ ਤਾਂ ਸਵਰਗ ਵਿੱਚ ਸਾਡੇ ਲਈ ਕੋਈ ਜਗ੍ਹਾ ਨਹੀਂ ਹੋਏਗੀ। Lord, which mountain I am unable to climb, please help me to go to that mountain. ਪਰਮੇਸ਼ਰ, ਮੈਂ ਜਿਸ ਚਟਾਨ ਜਾਂ ਪਹਾੜ ਦੇ ਉੱਤੇ ਨਹੀਂ ਚੜ੍ਹ ਸਕਦਾ, ਉਸ ਚਟਾਨ ਜਾਂ ਪਹਾੜ ਉੱਤੇ ਚੜ੍ਹਨ ਲਈ ਮੇਰੀ ਸਹਾਇਤਾ ਕਰ। That is Mount Zion and Mount Jerusalem. ਉਹ ਸੀਓਨ ਪਹਾੜ ਹੈ ਤੇ ਯਰੂਸ਼ਲਮ ਪਹਾੜ ਹੈ। Hebrews 12th chapter 21-22, I believe, otherwise 23 also. So we already came to the Mount Zion and Jerusalem. ਇਬਰਾਨੀਆਂ ਦੀ ਪੱਤਰੀ 12 ਦੇ 21, 22 ਜਾਂ 23 ਵਚਨ, ਅਸੀਂ ਪਹਿਲਾਂ ਹੀ ਸੀਓਨ ਪਹਾੜ ਦੇ ਕੋਲ ਪਹੁੰਚ ਚੁੱਕੇ ਹਾਂ। 22, 23, 22, 23। 12th chapter 22, 23। 22, 23। ਸਗੋਂ ਤੁਸੀਂ ਸਿਓਨ ਦੇ ਪਹਾੜ ਕੋਲ ਆਏ ਹੋ ਅਤੇ ਅਕਾਲ ਪੁਰਖ ਦੀ ਨਗਰੀ ਸੁਰਗੀ ਯਰੂਸ਼ਲਮ ਕੋਲ
ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ। But ye are come unto Mount Zion, and unto the city of the living God, the heavenly Jerusalem, and to an innumerable company of angels. Here we already St. Paul told write that we already came to the Mount Zion and Jerusalem. ਇੱਥੇ ਸੰਤ ਪੌਲੁਸ ਲਿਖਦੇ ਹਨ ਕਿ ਅਸੀਂ ਪਹਿਲਾਂ ਹੀ ਸਿਯੋਨ ਅਤੇ ਯਰੂਸ਼ਲਮ ਪਹਾੜ ਦੇ ਕੋਲ ਪਹੁੰਚ ਚੁੱਕੇ ਹਾਂ। By the anointing of the Holy Spirit, ਪਵਿੱਤਰ ਆਤਮਾ ਦੇ ਮਸਾ ਦੇ ਨਾਲ we are already there only. ਅਸੀਂ ਪਹਿਲਾਂ ਹੀ ਸਿਯੋਨ ਪਹਾੜ ਦੇ ਕੋਲ ਹਾਂ। But our flesh is dwelling on the earth. ਪਰ ਅਜੇ ਸਾਡਾ ਸਰੀਰ ਦੇ ਵਿੱਚ ਧਰਤੀ ਦੇ ਉੱਤੇ ਵਾਸ ਹੈ। In the spirit, we are already there. ਆਤਮਾ ਦੇ ਵਿੱਚ ਅਸੀਂ ਪਹਿਲਾਂ ਹੀ ਉੱਥੇ ਹਾਂ। But we have to overcome the world and go to that place to reside there forever and ever. ਪਰ ਅਸੀਂ ਸੰਸਾਰ ਅਤੇ ਸਰੀਰ ਦੇ ਉੱਤੇ ਫਤਹ ਪਾ ਕੇ ਜੁਗੋ ਜੁਗ ਉੱਥੇ ਵਾਸ ਕਰਨ ਦੇ ਲਈ ਜਾਣਾ ਹੈ। That's what we are children of God. We have to live like a mountain experience. ਇਸੇ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ ਅਸੀਂ ਇੱਕ ਪਹਾੜੀ ਤਜਰਬੇ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੈ। Here we are seeing the 7 types of the mountain. ਇੱਥੇ ਅਸੀਂ 7 ਪ੍ਰਕਾਰ ਦੇ ਪਹਾੜਾਂ ਦੇ ਬਾਰੇ ਦੇਖਦੇ ਹਾਂ। First of all, we are seeing of the Moriah. ਸਭ ਤੋਂ ਪਹਿਲਾਂ ਅਸੀਂ ਮੋਰੀਆ ਪਹਾੜ ਦੇ ਬਾਰੇ ਦੇਖਦੇ ਹਾਂ। Genesis 22 chapter 2nd verse. ਉਤਪਤੀ ਪੁਸਤਕ 22 ਅਧਿਆਇ ਦੂਜਾ ਵਚਨ। Genesis 22 2nd verse. ਉਤਪਤੀ ਪੁਸਤਕ 22 ਅਧਿਆਇ ਦੂਜਾ ਵਚਨ। ਉਸਨੇ ਆਖਿਆ ਹੁਣ ਤੂੰ ਆਪਣੇ ਪੁੱਤਰ ਨੂੰ ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜਾ। And he said, Take now thy son, thine only son Isaac, whom thou lovest, and get thee into the land of Moriah, and offer him there for a burnt offering upon one of the mountains which I tell thee of. Praise the Lord. ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਏ। Moriah means we are seeing the experience of the consecration. ਮੋਰੀਆ ਪਹਾੜ ਦਾ ਅਰਥ ਹੈ ਕਿ ਅਸੀਂ ਮਖਸੂਸੀਅਤ ਅਥਵਾ ਤਿਆਗ ਦੇ ਤਜਰਬੇ ਨੂੰ ਦੇਖਦੇ ਹਾਂ। God told to the Abraham, give the only son which you love. ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਕਿ ਆਪਣੇ ਇਕਲੌਤੇ ਪੁੱਤਰ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ। Dear child of God, whatever you love in the world, you have to put up on the altar and sacrifice that. ਪਰਮੇਸ਼ਰ ਦੇ ਪਿਆਰੇ ਬੱਚੋ ਇਸ ਸੰਸਾਰ ਦੇ ਵਿੱਚ ਤੁਸੀਂ ਜਿਸ ਨੂੰ ਸਭ ਤੋਂ ਵੱਧ ਕੇ ਪਿਆਰ ਕਰਦੇ ਹੋ ਉਸ ਨੂੰ ਤੁਹਾਨੂੰ ਜਗਵੇਦੀ ਦੇ ਉੱਤੇ ਰੱਖ ਕੇ ਬਲੀਦਾਨ ਚੜਾਉਣਾ ਪਏਗਾ। Sometimes you may love your own family members. ਕਈ ਵਾਰੀ ਤੁਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਪਿਆਰ ਕਰਦੇ ਹੋਵੋਗੇ। Sometimes you may love any loving people, otherwise affection which you have upon them. ਕਈ ਵਾਰੀ ਤੁਹਾਡੇ ਬਹੁਤ ਹੀ ਪਿਆਰੇ ਲੋਕ ਹੋਣਗੇ ਜਿਨ੍ਹਾਂ ਦੇ ਉੱਤੇ ਤੁਹਾਡਾ ਬਹੁਤ ਜ਼ਿਆਦਾ ਪਿਆਰ ਹੋਏਗਾ। You may be love some strange person with fleshly love. ਅਤੇ ਤੁਸੀਂ ਕਿਸੇ ਅਜਨਬੀ ਵਿਅਕਤੀ ਨੂੰ ਸਰੀਰਕ ਪਿਆਰ ਨਾਲ ਪਿਆਰ ਕਰਦੇ ਹੋਵੋਗੇ। Sometimes you love the world and things of the world. ਕਈ ਵਾਰੀ ਤੁਸੀਂ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ ਨੂੰ ਪਿਆਰ ਕਰਦੇ ਹੋਵੋਗੇ। But what God says this morning, ਪਰ ਅੱਜ ਸਵੇਰ ਦੇ ਸਮੇਂ ਪਰਮੇਸ਼ਰ ਕੀ ਕਹਿੰਦਾ ਹੈ? you go to Moriah, Mount Moriah. ਤੂੰ ਮੋਰੀਆ ਪਹਾੜ ਦੇ ਉੱਤੇ ਜਾ। There you have to sacrifice your son which you love. ਅਤੇ ਉੱਥੇ ਤੂੰ ਆਪਣੇ ਇਕਲੌਤੇ ਪੁੱਤਰ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਬਲੀਦਾਨ ਚੜਾਉਣਾ ਹੈ। If we turn that verse to our life, ਜੇਕਰ ਅਸੀਂ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਤਾਂ on the earth, whatever you love, you have to sacrifice. That is the experience of the Mount Moriah. ਧਰਤੀ ਦੇ ਉੱਤੇ ਤੁਸੀਂ ਜਿਸ ਨੂੰ ਸਭ ਤੋਂ ਵੱਧ ਕੇ ਪਿਆਰ ਕਰਦੇ ਹੋ ਉਸ ਨੂੰ ਤੁਹਾਨੂੰ ਬਲੀਦਾਨ ਕਰਨਾ ਪਏਗਾ। ਇਹੀ ਮੋਰੀਆ ਪਹਾੜ ਦਾ ਤਜਰਬਾ ਹੈ। Not सबसे बढ़कर, not all things. Whatever you love, that you have to sacrifice. ਜਿਸ ਨੂੰ ਵੀ ਤੁਸੀਂ ਸਭ ਤੋਂ ਵੱਧ ਕੇ ਪਿਆਰ ਕਰਦੇ ਹੋ ਉਸ ਨੂੰ ਤੁਹਾਨੂੰ ਬਲੀਦਾਨ ਕਰਨਾ ਪਏਗਾ। You have to sacrifice. That is a consecration life. ਅਤੇ ਤੁਹਾਨੂੰ ਬਲੀਦਾਨ ਚੜਾਉਣਾ ਪਏਗਾ। ਇਹ ਮਖਸੂਸੀਅਤ ਜਾਂ ਤਿਆਗ ਵਾਲਾ ਜੀਵਨ ਹੈ। Abraham is resembled for the believers. ਅਬਰਾਹਮ ਇੱਕ ਵਿਸ਼ਵਾਸੀ ਦਾ ਪ੍ਰਤੀਰੂਪ ਹੈ।
But sometimes God called him as a servant also. ਪਰ ਕਈ ਵਾਰੀ ਪਰਮੇਸ਼ਰ ਉਸ ਨੂੰ ਆਪਣੇ ਸੇਵਕ ਜਾਂ ਦਾਸ ਦੇ ਰੂਪ ਵਿੱਚ ਵੀ ਕਹਿੰਦਾ ਹੈ। So whatever we love in the world, ਇਸ ਲਈ ਸੰਸਾਰ ਦੇ ਵਿੱਚ ਅਸੀਂ ਜਿਸ ਨੂੰ ਵੀ ਪਿਆਰ ਕਰਦੇ ਹਾਂ, some parents love the children more than God also. ਅਤੇ ਕਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਰਮੇਸ਼ਰ ਤੋਂ ਵੱਧ ਕੇ ਪਿਆਰ ਕਰਦੇ ਹਨ। परमेश्वर से बढ़कर प्यार करते हैं. ਪਰਮੇਸ਼ਰ ਤੋਂ ਵੱਧ ਕੇ ਪਿਆਰ ਕਰਦੇ ਹਨ। One day, one pastor went to one house, believer's house. ਇੱਕ ਦਿਨ ਇੱਕ ਪਾਸਟਰ ਜੀ ਇੱਕ ਵਿਸ਼ਵਾਸੀ ਦੇ ਘਰ ਵਿੱਚ ਗਏ। Pastor, we have no children. ਪਾਸਟਰ ਜੀ ਸਾਡੇ ਕੋਈ ਸੰਤਾਨ ਨਹੀਂ ਹੈ, Please pray. ਕਿਰਪਾ ਕਰਕੇ ਪ੍ਰਾਰਥਨਾ ਕਰੋ। So pastor prayed, and wonderfully next year God gave the child. ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਤੇ ਅਦਭੁਤ ਤਰੀਕੇ ਨਾਲ ਪਰਮੇਸ਼ਰ ਨੇ ਅਗਲੇ ਸਾਲ ਹੀ ਉਹਨਾਂ ਨੂੰ ਬੱਚਾ ਦਿੱਤਾ। Suddenly they stopped to come to the church. ਅਤੇ ਅਚਾਨਕ ਉਹਨਾਂ ਨੇ ਚਰਚ ਆਉਣਾ ਬੰਦ ਕਰ ਦਿੱਤਾ। It passed away 1 month, 2 months like that. ਅਤੇ 1-2 ਮਹੀਨੇ ਇਸ ਤਰ੍ਹਾਂ ਚੱਲਦਾ ਰਿਹਾ। Then pastor told that what happened to this family, why are not coming. He went and visited that house. ਤਾਂ ਪਾਸਟਰ ਜੀ ਨੇ ਸੋਚਿਆ ਕਿ ਇਸ ਪਰਿਵਾਰ ਨੂੰ ਕੀ ਹੋਇਆ, ਉਹ ਚਰਚ ਵਿੱਚ ਨਹੀਂ ਆ ਰਹੇ। ਫਿਰ ਪਾਸਟਰ ਜੀ ਨੇ ਜਾ ਕੇ ਉਹਨਾਂ ਦੇ ਘਰ ਵਿਜ਼ਿਟਿੰਗ ਕੀਤੀ। And when he went to the house, ਜਦੋਂ ਉਹਨਾਂ ਦੇ ਘਰ ਗਏ they wish, pastor, please come inside. ਤਾਂ ਉਹਨਾਂ ਨੇ ਸਵਾਗਤ ਕਰਕੇ ਕਿਹਾ ਕਿ ਪਾਸਟਰ ਜੀ ਕਿਰਪਾ ਕਰਕੇ ਅੰਦਰ ਆਓ। What happened? You are not coming to the church. ਕੀ ਹੋਇਆ, ਤੁਸੀਂ ਚਰਚ ਵਿੱਚ ਨਹੀਂ ਆ ਰਹੇ? Are you, pastor, what to say, pastor? This child unable to give the rest. We are looking after him day and night. ਹਾਏ ਪਾਸਟਰ ਜੀ ਕੀ ਕਹਿਣਾ ਹੈ, ਇਹ ਬੱਚਾ ਸਾਨੂੰ ਬਿਲਕੁਲ ਵੀ ਆਰਾਮ ਨਹੀਂ ਕਰਨ ਦਿੰਦਾ, ਦਿਨ ਰਾਤ ਸਾਨੂੰ ਇਸ ਦੀ ਦੇਖਭਾਲ ਕਰਨੀ ਪੈਂਦੀ ਹੈ। If at all we take him, he will trouble in the church. That's why we are not attending the church. ਜੇਕਰ ਅਸੀਂ ਇਹਨੂੰ ਚਰਚ ਲੈ ਕੇ ਜਾਵਾਂਗੇ ਉੱਥੇ ਵੀ ਸਾਨੂੰ ਬਹੁਤ ਜ਼ਿਆਦਾ ਤੰਗ ਕਰੇਗਾ, ਇਸ ਕਰਕੇ ਅਸੀਂ ਚਰਚ ਵਿੱਚ ਨਹੀਂ ਆ ਰਹੇ। Because of that child, they stopped to come for the church. ਉਸ ਬੱਚੇ ਦੀ ਵਜ੍ਹਾ ਕਰਕੇ ਉਹਨਾਂ ਨੇ ਚਰਚ ਵਿੱਚ ਆਉਣਾ ਬੰਦ ਕਰ ਦਿੱਤਾ। Okay, pastor told, okay. ਪਾਸਟਰ ਜੀ ਨੇ ਕਿਹਾ ਠੀਕ ਹੈ। I prayed, God gave the child. ਮੈਂ ਪ੍ਰਾਰਥਨਾ ਕੀਤੀ, ਪਰਮੇਸ਼ਰ ਨੇ ਤੁਹਾਨੂੰ ਇਹ ਬੱਚੇ ਦੀ ਬਰਕਤ ਦਿੱਤੀ। Because of the child, you are not coming to the church. ਪਰ ਇਸ ਬੱਚੇ ਦੀ ਵਜ੍ਹਾ ਕਰਕੇ ਤੁਸੀਂ ਚਰਚ ਵਿੱਚ ਨਹੀਂ ਆ ਰਹੇ। Okay, I will pray back again. I will pray back that, Lord, take this child. ਤਾਂ ਠੀਕ ਹੈ, ਮੈਂ ਦੁਬਾਰਾ ਪ੍ਰਾਰਥਨਾ ਕਰਾਂਗਾ ਕਿ ਪਰਮੇਸ਼ਰ ਇਸ ਬੱਚੇ ਨੂੰ ਲੈ ਲੈ। Yo, pastor, don't do like that, pastor. ਨਹੀਂ ਪਾਸਟਰ ਜੀ ਇਸ ਤਰ੍ਹਾਂ ਨਹੀਂ ਕਰਨਾ। So next week onwards, you have to come to the church. ਇਸ ਲਈ ਅਗਲੇ ਹਫਤੇ ਤੋਂ ਲੈ ਕੇ ਫਿਰ ਤੁਹਾਨੂੰ ਚਰਚ ਆਉਣਾ ਪਏਗਾ। Then next week they are started to come to the church. ਇਸ ਤਰ੍ਹਾਂ ਅਗਲੇ ਹਫਤੇ ਉਹਨਾਂ ਨੇ ਚਰਚ ਆਉਣਾ ਸ਼ੁਰੂ ਕਰ ਦਿੱਤਾ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, so many parents, they love the children, for children's sake they won't come for the church. ਬਹੁਤ ਸਾਰੇ ਮਾਤਾ ਪਿਤਾ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਹਨ, ਉਹਨਾਂ ਬੱਚਿਆਂ ਦੀ ਖਾਤਰ ਉਹ ਚਰਚ ਨਹੀਂ ਆਉਣਾ ਚਾਹੁੰਦੇ। Wife love the husband, husband love the wife, and children love the parents, parents love the children. ਪਤੀ ਪਤਨੀ ਨੂੰ, ਪਤਨੀ ਪਤੀ ਨੂੰ ਅਤੇ ਮਾਤਾ ਪਿਤਾ ਬੱਚਿਆਂ ਨੂੰ, ਬੱਚੇ ਮਾਤਾ ਪਿਤਾ ਨੂੰ ਪਿਆਰ ਕਰਦੇ ਹਨ। Because of one reason they will stop not to come to the church. ਇਸ ਇੱਕ ਕਾਰਨ ਦੀ ਵਜ੍ਹਾ ਕਰਕੇ ਉਹਨਾਂ ਨੇ ਚਰਚ ਆਉਣਾ ਬੰਦ ਕਰ ਦਿੱਤਾ। When you and your children are sick, you have to come to the faith home to deliverance. ਅਤੇ ਜਦ ਤੁਸੀਂ ਤੇ ਤੁਹਾਡੇ ਬੱਚੇ ਬਿਮਾਰ ਹੁੰਦੇ ਹਨ ਤਾਂ ਤੁਸੀਂ ਛੁਟਕਾਰੇ ਦੇ ਲਈ ਫਿਰ ਚਰਚ ਆਉਂਦੇ ਹੋ। Don't stop in the house. ਘਰ ਦੇ ਵਿੱਚ ਨਾ ਰੁਕੋ। Moriah means God told, what you love, ਮੋਰੀਆ that Isaac you give me. ਮੋਰੀਆ ਦਾ ਅਰਥ ਹੈ ਕਿ ਜਿਸ ਨੂੰ ਤੁਸੀਂ ਸਭ ਤੋਂ ਵੱਧ ਕੇ ਪਿਆਰ ਕਰਦੇ ਹੋ ਉਸ ਨੂੰ ਮੋਰੀਆ ਪਹਾੜ ਦੇ ਉੱਤੇ ਬਲੀਦਾਨ ਚੜਾਉਣਾ ਹੈ। If you want to climb to that mountain, ਜੇਕਰ ਤੁਸੀਂ ਉਸ ਪਹਾੜ ਤੇ ਚੜਨਾ ਚਾਹੁੰਦੇ ਹੋ you have to consecrate whatever you love. ਅਤੇ ਤੁਸੀਂ ਜਿਸ ਨੂੰ ਪਿਆਰ ਕਰਦੇ ਹੋ ਤੁਹਾਨੂੰ ਉਸ ਦਾ ਤਿਆਗ ਕਰਨਾ ਪਏਗਾ। Moriah, Abraham never he went there first. ਪਹਿਲਾਂ ਅਬਰਾਹਮ ਕਦੇ ਵੀ ਉਸ ਮੋਰੀਆ ਪਹਾੜ ਤੇ ਨਹੀਂ ਗਿਆ ਸੀ। But God told, go to that mountain and offer thy son. ਪਰ ਪਰਮੇਸ਼ਰ ਨੇ ਕਿਹਾ ਉਸ ਪਹਾੜ ਦੇ ਉੱਤੇ ਜਾ ਤੇ ਆਪਣੇ ਪੁੱਤਰ ਦਾ ਬਲੀਦਾਨ ਚੜਾ। Abraham is a man of faith. He never trouble in his heart. Immediately taken the son and went to the heaven. ਅਬਰਾਹਮ ਇੱਕ ਵਿਸ਼ਵਾਸ ਕਰਨ ਵਾਲਾ ਜਨ ਸੀ, ਉਹ ਕਿਤੇ ਵੀ ਘਬਰਾਇਆ ਨਹੀਂ। ਉਸਨੇ ਆਪਣੇ ਪੁੱਤਰ ਨੂੰ ਲਿਆ ਤੇ ਪਹਾੜ ਤੇ ਬਲੀਦਾਨ ਚੜਾਉਣ ਲਈ ਲੈ ਗਿਆ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, we have to consecrate our beloved ones who loves you. ਸਾਨੂੰ ਆਪਣੇ ਪਿਆਰਿਆਂ ਨੂੰ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਦਾ ਤਿਆਗ ਕਰਨਾ ਪਏਗਾ। You have to give the offering to God. ਸਾਨੂੰ ਉਹਨਾਂ ਨੂੰ ਪਰਮੇਸ਼ਰ ਦੇ ਅੱਗੇ ਬਲੀਦਾਨ ਕਰਕੇ ਚੜਾਉਣਾ You ਪਏਗਾ। have to sacrifice to God. ਸਾਨੂੰ ਉਹਨਾਂ ਨੂੰ ਪਰਮੇਸ਼ਰ ਦੇ ਅੱਗੇ ਬਲੀ ਕਰਕੇ ਚੜਾਉਣਾ ਪਏਗਾ। Abraham never murmured.
ਅਬਰਾਮ ਕਦੇ ਬੁੜਬੁੜਾਇਆ ਨਹੀਂ। After 25 years, God gave me the child. Again, God wants to ask me. 25 ਸਾਲਾਂ ਤੋਂ ਬਾਅਦ ਪਰਮੇਸ਼ਰ ਨੇ ਉਹਨੂੰ ਪੁੱਤਰ ਦਿੱਤਾ ਤੇ ਫਿਰ ਪਰਮੇਸ਼ਰ ਉਹਨੂੰ ਵਾਪਸ ਲੈਣਾ ਚਾਹੁੰਦਾ ਹੈ। What is his faith? ਇਹ ਕਿਹੜਾ ਵਿਸ਼ਵਾਸ ਹੈ? If God take one, God will give the hundreds. ਜੇਕਰ ਪਰਮੇਸ਼ਰ ਇੱਕ ਲਏਗਾ ਤਾਂ ਉਹ 100 ਹੋਰ ਦੇ ਸਕਦਾ ਹੈ। So we must consecrate our beloved ones who loves you. ਇਸ ਕਰਕੇ ਸਾਨੂੰ ਆਪਣੇ ਪਿਆਰਿਆਂ ਨੂੰ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ ਉਹਨਾਂ ਦਾ ਤਿਆਗ ਕਰਨਾ ਪਏਗਾ। That is a Mount Moriah experience. ਇਹ ਮੋਰੀਆ ਪਹਾੜ ਦਾ ਤਜਰਬਾ ਹੈ। If you want to climb that mountain, you must consecrate all the people and you have to give the offering to God. ਜੇਕਰ ਤੁਸੀਂ ਉਸ ਮੋਰੀਆ ਪਹਾੜ ਦੇ ਉੱਤੇ ਚੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਪੇਂਟ ਕਰਕੇ ਨਹੀਂ ਤਾਂ ਪਰਮੇਸ਼ਰ ਦੇ ਅੱਗੇ ਬਲੀਦਾਨ ਕਰਕੇ ਮੋਰੀਆ ਪਹਾੜ ਤੇ ਚੜ੍ਹਾਉਣਾ ਪਏਗਾ। What is the second one? ਦੂਜਾ ਕੀ ਹੈ? Horeb. ਹੋਰੇ ਪਹਾੜ। Exodus 3rd chapter, 1st verse. ਕੂਚ ਦੀ ਕਿਤਾਬ ਤੀਜਾ ਅਧਿਆਇ ਪਹਿਲਾ ਵਚਨ। Exodus 3rd chapter, 1st verse. ਕੂਚ ਦੀ ਕਿਤਾਬ ਤੀਜਾ ਅਧਿਆਇ ਪਹਿਲਾ ਵਚਨ। ਮੂਸਾ ਆਪਣੇ ਸਹੁਰੇ ਜਿਥਰੋ ਮਦਿਆਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ਰ ਦੇ ਪਹਾੜ ਹੋਰੇਬ ਦੇ ਕੋਲ ਆਇਆ। Now Moses kept the flock of Jethro, his father-in-law, the priest of Midian, and he led the flock to the backside of the desert and came to the mountain of God, even to Horeb. Once again, read in. Now Moses kept the flock of Jethro, his father-in-law, the priest of Midian, and he led the flock to the backside of the desert and came to the mountain of God, even to Horeb. Horeb means is a God's mountain. ਹੋਰੇਬ ਦਾ ਅਰਥ ਹੈ ਪਰਮੇਸ਼ਰ ਦਾ ਪਹਾੜ ਹੈ। God's mountain. ਪਰਮੇਸ਼ਰ ਦਾ ਪਹਾੜ ਹੈ। So that Horeb shows power and authority. ਹੋਰੇਬ ਸਮਰੱਥਾ ਤੇ ਇਖਤਿਆਰ ਨੂੰ ਦਿਖਾਉਂਦਾ ਹੈ। 1 Kings 19 chapter 8th verse. ਪਹਿਲਾ ਰਾਜਾ 19 ਅਧਿਆਇ 8 ਵਚਨ। 1 Kings 19 chapter 8th verse. ਪਹਿਲਾ ਰਾਜਾ 19 ਅਧਿਆਇ 8 ਵਚਨ। ਉਸ ਨੇ ਉੱਠ ਕੇ ਖਾਧਾ ਔਰ ਪੀਤਾ ਤਾਂ ਉਸੇ ਭੋਜਨ ਦੇ ਬਲ ਨਾਲ 40 ਦਿਨ ਤੇ 40 ਰਾਤਾਂ ਪਰਮੇਸ਼ਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ। And he arose and did eat and drink and went in the strength of that meat 40 days and 40 nights unto Horeb, the mount of God. The mountain of God. ਪਰਮੇਸ਼ਰ ਦਾ ਪਹਾੜ। 40 days and night he traveled to there. ਉਹ 40 ਦਿਨ ਤੇ 40 ਰਾਤਾਂ ਉੱਥੇ ਜਾਣ ਲਈ ਯਾਤਰਾ ਕਰਦਾ ਰਿਹਾ। Dear child of God, that is a mountain of God, that on that mountain power and authority will work there. ਪਰਮੇਸ਼ਰ ਦੇ ਪਿਆਰੇ ਬੱਚੇ ਹੋਏ ਪਰਮੇਸ਼ਰ ਦਾ ਪਹਾੜ ਹੈ ਉੱਥੇ ਸਾਡੇ ਕੋਲ ਸਮਰੱਥਾ ਤੇ ਇਖਤਿਆਰ ਕੰਮ ਕਰਦਾ ਹੈ। The God's power work in that mountain. ਪਰਮੇਸ਼ਰ ਦੀ ਸਮਰੱਥਾ ਉਸ ਪਹਾੜ ਦੇ ਉੱਤੇ ਕੰਮ ਕਰਦੀ ਹੈ। Because that is a God's mountain. ਕਿਉਂਕਿ ਉਹ ਪਰਮੇਸ਼ਰ ਦਾ ਪਹਾੜ ਹੈ। God told, go to that Mount Horeb. ਪਰਮੇਸ਼ਰ ਨੇ ਕਿਹਾ ਕਿ ਉਸ ਹੋਰੇ ਪਹਾੜ ਤੇ ਜਾ। Dear child of God, you have to climb to that Mount Horeb. ਪਰਮੇਸ਼ਰ ਦੇ ਪਿਆਰੇ ਬੱਚੇ ਤੁਸੀਂ ਹੋਰੇ ਪਹਾੜ ਦੇ ਉੱਤੇ ਚੜ੍ਹਨਾ ਹੈ। You have to go there. ਤੁਹਾਨੂੰ ਉੱਥੇ ਚੜ੍ਹਨਾ ਹੀ ਪਏਗਾ। Then only power will work. Power and authority will work in your life. ਤਾਂ ਦੀ ਪਰਮੇਸ਼ਰ ਦੀ ਸਮਰੱਥਾ ਤੇ ਇਖਤਿਆਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇਗਾ। What David says, ਰਾਜਾ ਦਾਊਦ ਕੀ ਕਹਿੰਦਾ ਹੈ? Lord, which mountain I am able to climb? Please help me to go to that mountain. ਰਾਜਾ ਦਾਊਦ ਕਹਿੰਦਾ ਹੈ ਪਰਮੇਸ਼ਰ ਮੈਂ ਜਿਸ ਪਹਾੜ ਜਾਂ ਚਟਾਨ ਤੇ ਨਹੀਂ ਚੜ੍ਹ ਸਕਦਾ ਉਸ ਪਹਾੜ ਉੱਤੇ ਚੜ੍ਹਨ ਲਈ ਮੇਰੀ ਸਹਾਇਤਾ ਕਰ। This Elijah hid in the cave only. ਅਤੇ ਇਹ ਏਲੀਆ ਗੁਫਾ ਦੇ ਵਿੱਚ ਛੁਪ ਗਿਆ। But God told, go to the mountain. ਪਰ ਪਰਮੇਸ਼ਰ ਨੇ ਉਸ ਨੂੰ ਕਿਹਾ ਕਿ ਤੂੰ ਉਸ ਪਹਾੜ ਦੇ ਉੱਤੇ ਜਾ। We should not hide ourselves. We should not hide ourselves in anywhere in our spiritual life. ਸਾਨੂੰ ਸਾਡੇ ਆਤਮਿਕ ਜੀਵਨ ਦੇ ਵਿੱਚ ਆਪਣੇ ਆਪ ਨੂੰ ਕਿਤੇ ਵੀ ਛੁਪਾਉਣਾ ਨਹੀਂ ਚਾਹੀਦਾ। What is the 12th verse says? 12 ਵਚਨ ਕੀ ਕਹਿੰਦਾ ਹੈ? ਤਾਂ ਭੁਚਾਲ ਦੇ ਪਿੱਛੋਂ ਅੱਗ ਆਈ ਪਰ ਯਹੋਵਾ ਅੱਗ ਦੇ ਵਿੱਚ ਵੀ ਨਹੀਂ ਸੀ ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨੀਵੀਂ ਆਵਾਜ਼ ਆਈ। And after the earthquake, a fire, but the Lord was not in the fire. And after the fire, a still small voice. Still
Huh? Still small voice. Oh, still small voice. ਇੱਕ ਬਹੁਤ ਹੀ ਧੀਮੀ ਜਿਹੀ ਆਵਾਜ਼, Oh, that is the voice of God. ਉਹ ਪਰਮੇਸ਼ਰ ਦੀ ਆਵਾਜ਼ ਸੀ। He was himself in the cave. ਉਸਨੇ ਆਪਣੇ ਆਪ ਨੂੰ ਗੁਫਾ ਦੇ ਵਿੱਚ ਛੁਪਾ ਕੇ ਰੱਖਿਆ ਸੀ। Elijah, what is your business here? ਏਲੀਆ, ਤੇਰਾ ਇੱਥੇ ਕੀ ਕੰਮ ਹੈ? What is your work here? ਤੇਰਾ ਇੱਥੇ ਕੀ ਕੰਮ ਹੈ? You go to Mount Horeb. ਤੂੰ ਹੋਰੇ ਪਹਾੜ ਦੇ ਉੱਤੇ ਜਾ, I will speak with you. ਮੈਂ ਉੱਥੇ ਤੇਰੇ ਨਾਲ ਗੱਲ ਕਰਾਂਗਾ। Then he traveled 40 days and night. ਫਿਰ ਉਸਨੇ 40 ਦਿਨ 40 ਰਾਤਾਂ ਯਾਤਰਾ ਕੀਤੀ। Dear child of God, in our spiritual life, we have to journey 40 years like a children of Israel. ਪਰਮੇਸ਼ਰ ਦੇ ਪਿਆਰੇ ਬੱਚਿਓ, ਅਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਇਸਰਾਇਲੀ ਬੱਚਿਆਂ ਦੀ ਤਰ੍ਹਾਂ 40 ਦਿਨ 40 ਰਾਤ ਯਾਤਰਾ ਕਰਨੀ ਹੈ। 40 years. 40 ਸਾਲ। Like that we have to journey in our spiritual life. ਇਸ ਤਰ੍ਹਾਂ ਅਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਯਾਤਰਾ ਕਰਨੀ ਹੈ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, if you want to go to the mountain, ਜੇ ਤੁਸੀਂ ਪਹਾੜ ਦੇ ਉੱਤੇ ਜਾਣਾ ਚਾਹੁੰਦੇ ਹੋ you have to go through the wilderness. ਤਾਂ ਤੁਹਾਨੂੰ ਉਜਾੜ ਵਿੱਚੋਂ ਜਾਣਾ ਪਏਗਾ, You have to walk on the desert. ਤੇ ਤੁਹਾਨੂੰ ਮਾਰੂਥਲ ਦੇ ਵਿੱਚ ਚੱਲਣਾ ਪਏਗਾ। You have to journey to take the strain and strain and sufferings. ਤਾਂ ਤੁਹਾਨੂੰ ਇਹਨਾਂ ਮਾਨਸਿਕ ਪਰੇਸ਼ਾਨੀਆਂ ਤੇ ਦੁੱਖਾਂ ਦੇ ਵਿੱਚੋਂ ਦੀ ਹੋ ਕੇ ਯਾਤਰਾ ਕਰਨੀ ਪਏਗੀ। But you have to reach the Horeb. ਪਰ ਤੁਸੀਂ ਹੋਰੇ ਪਹਾੜ ਦੇ ਉੱਤੇ ਪਹੁੰਚਣਾ ਹੈ। When you go there, ਜਦ ਤੁਸੀਂ ਉੱਥੇ ਜਾਓਗੇ from through you, power and authority God will work. ਤਾਂ ਤੁਹਾਡੇ ਰਾਹੀਂ ਪਰਮੇਸ਼ਰ ਆਪਣੀ ਸਮਰੱਥਾ ਤੇ ਇਖਤਿਆਰ ਦਾ ਕੰਮ ਕਰੇਗਾ। When he prayed, 50 members burned by the fire. ਅਤੇ ਜਦ ਉਸਨੇ ਪ੍ਰਾਰਥਨਾ ਕੀਤੀ ਤਾਂ 50 ਲੋਕ ਅੱਗ ਦੇ ਨਾਲ ਭਸਮ ਹੋ ਗਏ। Second time also died. ਦੂਜੀ ਵਾਰੀ ਵੀ ਹੋਰ 50 ਲੋਕ ਭਸਮ ਹੋ ਗਏ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, we need the climb to the God's mountain, that is Horeb. ਮਤਲਬ ਸਾਡੇ ਅੰਦਰ ਪਹਾੜ ਦੇ ਉੱਤੇ, ਪਰਮੇਸ਼ਰ ਦੇ ਪਹਾੜ ਹੋਰੇਬ ਦੇ ਉੱਤੇ ਚੜ੍ਹਨ ਦਾ ਤਜਰਬਾ ਹੋਣਾ ਚਾਹੀਦਾ ਹੈ। God will speak with a small voice. ਪਰਮੇਸ਼ਰ ਹੌਲੀ ਅਤੇ ਮੱਧਮ ਜਿਹੀ ਆਵਾਜ਼ ਦੇ ਨਾਲ ਗੱਲ ਕਰੇਗਾ। What is the third one? ਤੀਜਾ ਕੀ ਹੈ? Carmel. ਕਰਮੇਲ। English also Carmel. The Mount Carmel. ਕਰਮੇਲ ਦਾ ਪਹਾੜ ਹੈ। One more time, here mentioned in 1 Kings 18 chapter 20 verse. ਇੱਕ ਵਾਰ ਫਿਰ ਪਹਿਲਾ ਰਾਜਾ 18 ਦੇ 20 ਵਚਨ ਦੇ ਵਿੱਚ ਦੱਸਿਆ ਹੈ। ਪਹਿਲਾ ਰਾਜਾ 18 ਦੇ 20 ਵਚਨ। ਤਾਂ ਏਲੀਆ ਨੇ ਸਭਨਾ ਲੋਕਾਂ ਨੂੰ ਆਖਿਆ, ਮੇਰੇ ਨੇੜੇ ਹੋ, ਅਤੇ ਸਭ ਲੋਕ ਉਹਦੇ ਨੇੜੇ ਗਏ ਤਾਂ ਉਸਨੇ ਯਹੋਵਾ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ। So Ahab went unto all the children of Israel and gathered the prophets together unto Mount Carmel. ਉਪਰੰਤ ਅਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ। There we are seeing the God's judgment, we are seeing there. ਉੱਥੇ ਅਸੀਂ ਪਰਮੇਸ਼ਰ ਦੇ ਨਿਆਂ ਨੂੰ ਵੇਖਦੇ ਹਾਂ। Elijah told about the judgment of God. ਏਲੀਆ ਨੇ ਪਰਮੇਸ਼ਰ ਦੇ ਨਿਆਂ ਦੇ ਬਾਰੇ ਦੱਸਿਆ। Dear child of God, when you go to the Mount Carmel, ਪਰਮੇਸ਼ਰ ਦੇ ਪਿਆਰੇ ਬੱਚੋ, ਜਦ ਤੁਸੀਂ ਕਰਮੇਲ ਪਹਾੜ ਦੇ ਉੱਤੇ ਜਾਂਦੇ ਹੋ, first of all you hear the judgment of God. ਸਭ ਤੋਂ ਪਹਿਲਾਂ ਤੁਸੀਂ ਪਰਮੇਸ਼ਰ ਦੇ ਨਿਆਂ ਨੂੰ ਸੁਣੋਗੇ। After that you have the power to judge others also. ਅਤੇ ਉਸ ਤੋਂ ਬਾਅਦ ਤੁਹਾਨੂੰ ਦੂਜਿਆਂ ਦਾ ਨਿਆਂ ਕਰਨ ਦਾ ਵੀ ਇਖਤਿਆਰ ਜਾਂ ਸਮਰੱਥਾ ਹੋਏਗੀ। Lord told to churches, you are going to judge the angels. Why not you judge between you? ਅਤੇ ਪਰਮੇਸ਼ਰ ਨੇ ਪਰਮੇਸ਼ਰ ਦੇ ਸੇਵਕਾਂ ਜਾਂ ਵਿਸ਼ਵਾਸੀਆਂ ਨੂੰ ਕਹਿੰਦਾ ਕਿ ਤੁਸੀਂ ਸਵਰਗਦੂਤਾਂ ਦਾ ਨਿਆਂ ਕਰਨਾ, ਤੇ ਫਿਰ ਤੁਸੀਂ ਆਪਸ ਵਿੱਚ ਛੋਟੀ ਛੋਟੀ ਗੱਲ ਦਾ ਨਿਆਂ ਕਿਉਂ ਨਹੀਂ ਕਰ ਸਕਦੇ? 1 Corinthians Which 6:2 6 1 Corinthians chapter 6 verse 2. First Corinthians 1 Corinthians 6 chapter 2 verse 2:1. ਪਹਿਲਾ ਕੁਰਿੰਥੀਆਂ 6 ਦੇ ਦੂਜਾ ਵਚਨ। ਕੀ ਤੁਸੀਂ ਨਹੀਂ ਜਾਣਦੇ ਵੀ ਸੰਤ ਜਨ ਜਗਤ ਦਾ ਨਿਉ ਕਰਨਗੇ, ਅਤੇ ਜੇ ਜਗਤ ਦਾ ਨਿਉ ਤੁਹਾਤੋਂ ਹੋਣਾ ਹੈ ਤਾਂ ਭਲਾ ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਿਬੇੜਾ ਕਰਨ ਦੇ ਯੋਗ ਨਹੀਂ ਹੋ? Do ye ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਉ ਕਰਾਂਗੇ
ਫਿਰ ਕਿੰਨਾ ਵੱਧ ਕੇ ਸੰਸਾਰੀ ਗੱਲਾਂ ਦਾ। Do we not know that the saints shall judge the world? And if the world shall be judged by you, are ye unworthy to judge the smallest matters? Know ye not that we shall judge angels? How much more things that pertain to this life? Carmel mountain shows ਪਹਾੜ ਕਰਮੇਲ ਦਰਸਾਉਂਦਾ ਹੈ judge ourselves. ਆਪਣੇ ਆਪ ਦਾ ਨਿਆਂ ਕਰੋ। In the church, in the family, we have to judge smallest things. ਕਲੀਸਿਆ ਤੇ ਪਰਿਵਾਰ ਦੇ ਵਿੱਚ ਅਸੀਂ ਛੋਟੀ ਛੋਟੀ ਗੱਲ ਦਾ ਨਿਆਂ ਕਰਨਾ ਹੈ Because we are going to judge the angels. ਕਿਉਂਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਨ ਜਾ ਰਹੇ We ਹਾਂ। are going to judge the whole world. ਅਸੀਂ ਸਾਰੇ ਜਗਤ ਦਾ ਨਿਆਂ ਕਰਨ ਜਾ ਰਹੇ ਹਾਂ। That's why first of all we judge ourselves ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਦਾ ਨਿਆਂ ਕਰਨਾ ਚਾਹੀਦਾ ਹੈ। and examine our life ਆਪਣੇ ਜੀਵਨ ਨੂੰ ਜਾਂਚ ਕੇ ਦੇਖਣਾ ਚਾਹੀਦਾ ਹੈ। and sanctify our life. ਆਪਣੇ ਜੀਵਨ ਨੂੰ ਪਵਿੱਤਰ ਕਰਨਾ ਚਾਹੀਦਾ ਹੈ And blameless we have to stand before the Lord. ਤੇ ਸਾਨੂੰ ਪਰਮੇਸ਼ਰ ਦੇ ਸਾਹਮਣੇ ਨਿਰਦੋਸ਼ ਨਿਸ਼ਕਲੰਕ ਹੋ ਕੇ ਖੜੇ ਹੋਣਾ ਚਾਹੀਦਾ We are ਹੈ। child of God. Lord is coming very soon. We Par- have to judge ourselves. ਪਰਮੇਸ਼ਰ ਦੇ ਪਿਆਰੇ ਬੱਚਿਓ ਪ੍ਰਭੂ ਬਹੁਤ ਜਲਦੀ ਆ ਰਹੇ ਹਨ ਇਸ ਕਰਕੇ ਅਸੀਂ ਆਪਣੇ ਆਪ ਨੂੰ ਜਾਂਚ ਕੇ ਜਾਂ ਆਪਣੇ ਆਪ ਦਾ ਨਿਆਂ ਕਰਨਾ ਹੈ। What is the fourth one? ਚੌਥਾ ਕੀ ਹੈ? Sinai mountain, Mount Sinai. ਸੀਨਾਈ ਪਹਾੜ। Exodus 19 chapter 18th verse. ਕੂਚ ਦੀ ਕਿਤਾਬ 19 ਅਧਿਆਇ 18 ਵਚਨ। ਔਰ ਸਾਰੇ ਸਨਈ ਪਹਾੜ ਤੋਂ ਧੂਆਂ ਨਿਕਲਦਾ ਸੀ ਕਿਉਂ ਜੋ ਯਹੋਵਾ ਅੱਗ ਵਿੱਚ ਉਸ ਦੇ ਉੱਤੇ ਉਤਰਿਆ ਅਤੇ ਭੱਠੀ ਵਰਗਾ ਧੂਆਂ ਉਸ ਦੇ ਉੱਤੇ ਉੱਠ ਰਿਹਾ ਸੀ। And Mount Sinai was altogether on a smoke, because the Lord descended upon it in fire, and the smoke thereof ascended as the smoke of a furnace, and the whole mount quaked greatly. Mount Sinai shows God's fire ascending place. ਆ ਤੇ ਸੀਨਾਈ ਪਹਾੜ ਜੋ ਹੈ ਜਿੱਥੋਂ ਪਰਮੇਸ਼ਰ ਦੀ ਅੱਗ ਨਿਕਲਦੀ ਹੈ ਉਸ ਜਗ੍ਹਾ ਨੂੰ ਦਰਸਾਉਂਦਾ ਹੈ। That's Mount Sinai shows the fiery mountain. ਜਿਹੜਾ ਸੀਨਾਈ ਪਹਾੜ ਹੈ ਅਗਨੀ ਪਹਾੜ ਨੂੰ ਦਰਸਾਉਂਦਾ ਹੈ। The fire came down upon that mountain. ਆਗ ਪਰਮੇਸ਼ਰ ਦੀ ਅੱਗ ਉਸ ਪਹਾੜ ਦੇ ਉੱਤੇ ਉਤਰੀ। It will show the fiery anointing. ਇਹ ਅੱਗ ਦੇ ਮਸਾਂ ਨੂੰ ਦਰਸਾਉਂਦੀ ਹੈ। Fiery anointing can receive Mount Sinai. ਅੱਗ ਦਾ ਮਸਾ ਅਸੀਂ ਸੀਨਾਈ ਪਹਾੜ ਤੋਂ ਪ੍ਰਾਪਤ ਕਰ ਸਕਦੇ ਹਾਂ। You have to go to Mount Sinai like a Moses. ਅਸੀਂ ਮੂਸਾ ਦੀ ਤਰ੍ਹਾਂ ਸੀਨਾਈ ਪਹਾੜ ਦੇ ਉੱਤੇ ਜਾਣਾ ਹੈ। What God told to the Moses, ਪਰਮੇਸ਼ਰ ਨੇ ਮੂਸਾ ਨੂੰ ਕੀ ਕਿਹਾ? come up, come up, come up. ਇੱਧਰ ਉੱਪਰ ਉਤਾਂ ਆ ਜਾ। You come up. ਤੂੰ ਉੱਪਰ ਉਤਾਂ ਆ। He never told, Lord, how can I climb, Lord? ਉਸਨੇ ਕਦੇ ਨਹੀਂ ਕਿਹਾ ਕਿ ਪਰਮੇਸ਼ਰ ਮੈਂ ਕਿਸ ਤਰ੍ਹਾਂ ਇਸ ਪਹਾੜ ਉੱਤੇ ਚੜ੍ਹ ਸਕਦਾ ਹਾਂ। I'm a little bit old man also. ਮੈਂ ਤਾਂ ਇੱਕ ਛੋਟਾ ਜਿਹਾ ਪੁਰਾਣਾ ਬਜ਼ੁਰਗ ਵਿਅਕਤੀ ਹਾਂ। How can I climb, oh God? ਪਰਮੇਸ਼ਰ ਮੈਂ ਕਿਸ ਤਰ੍ਹਾਂ ਪਹਾੜ ਉੱਤੇ ਚੜ੍ਹ ਸਕਦਾ ਹਾਂ। He never says any lame excuses. ਉਸਨੇ ਕਦੇ ਵੀ ਕੋਈ ਵਿਅਰਥ ਬਹਾਨਾ ਨਹੀਂ ਕਢਿਆ। You come up. ਤੂੰ ਇੱਧਰ ਉਤਾਂ ਆ। That is the experience of the Holy Spirit. ਇਹ ਪਵਿੱਤਰ ਆਤਮਾ ਦਾ ਤਜਰਬਾ ਹੈ। St. John taken to the heavenly place by the anointing of the Holy Spirit. ਸੰਤ ਯਹੂਨਾ ਨੂੰ ਪਵਿੱਤਰ ਆਤਮਾ ਦੇ ਮਸਾ ਦੇ ਦੁਆਰਾ ਸਵਰਗੀ ਥਾਵਾਂ ਤੇ ਲਿਜਾਇਆ ਗਿਆ। Like that, when you receive the power of the Holy Spirit, ਇਸ ਤਰ੍ਹਾਂ ਜਦ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਪ੍ਰਾਪਤ ਕਰਦੇ ਹੋ you have to go to that mountain. ਤਾਂ ਤੁਸੀਂ ਉਸ ਪਹਾੜ ਦੇ ਉੱਤੇ ਚੜ੍ਹ ਸਕਦੇ ਹੋ ਤੇ ਚੜ੍ਹਨਾ ਪਏਗਾ ਹੀ। That's why we need the anointing of the Holy Spirit. ਇਸੇ ਕਰਕੇ ਸਾਨੂੰ ਪਵਿੱਤਰ ਆਤਮਾ ਦਾ ਮਸਾ ਚਾਹੀਦਾ ਹੈ। That is anointing of the experience of the anointing. ਇਹ ਪਵਿੱਤਰ ਆਤਮਾ ਦੇ ਮਸਾ ਦਾ ਤਜਰਬਾ ਹੈ। When you read the Exodus 19 chapter 20 verse, ਜਦ ਅਸੀਂ ਕੂਚ ਦੀ ਕਿਤਾਬ 19 ਅਧਿਆਇ 20 ਵਚਨ ਪੜ੍ਹਦੇ ਹਾਂ। ਯਹੋਵਾ ਸਨਈ ਪਹਾੜ ਉੱਤੇ ਉਤਰਿਆ ਅਰਥਾਤ ਪਹਾੜ ਦੀ ਟੀਸੀ ਉੱਤੇ ਅਤੇ ਯਹੋਵਾ ਨੇ ਮੂਸਾ ਨੂੰ ਪਹਾੜ ਦੀ ਟੀਸੀ ਉੱਤੇ ਸੱਦਿਆ ਤਾਂ ਮੂਸਾ ਉਤਾਂਹ ਗਿਆ। And the Lord came down upon Mount Sinai on the top of the mount, and the Lord called Moses up to the top of the mount, and Moses went up. God called him to come up. ਪਰਮੇਸ਼ਰ ਨੇ ਉਸ ਨੂੰ ਉੱਪਰ ਬੁਲਾਇਆ। Moses went there. ਮੂਸਾ ਉੱਪਰ ਪਹਾੜ ਦੇ ਉੱਪਰ ਗਿਆ। This experience we need in our life. ਤੇ ਸਾਨੂੰ ਵੀ ਸਾਡੇ ਜੀਵਨ ਦੇ ਵਿੱਚ ਇਹ ਤਜਰਬਾ ਚਾਹੀਦਾ ਹੈ। God was telling, come up, come up, come up. ਪਰਮੇਸ਼ਰ ਨੇ ਉਸ ਨੂੰ ਕਿਹਾ ਕਿ ਉੱਪਰ ਆ ਉਤਾਂ ਆ। You know that Mount Everest
Mount Everest, very highest mountain in the world. ਤੁਹਾਨੂੰ ਪਤਾ ਹੈ ਕਿ ਮਾਊਂਟ ਐਵਰੈਸਟ ਜੋ ਪਹਾੜ ਦੀ ਚੋਟੀ ਹੈ ਸੰਸਾਰ ਦੇ ਵਿੱਚ ਸਭ ਤੋਂ ਉੱਚੀ ਚੋਟੀ ਹੈ। 2 members went to that mountain. 2 ਜਣੇ ਉਸ ਪਹਾੜ ਦੀ ਚੋਟੀ ਤੇ ਗਏ। One of ਨੀਲ ਆਰਮਸਟ੍ਰੋਂਗ which country? Netherlands. No? ਤਿੰਨ ਜਣ ਤੇ ਹਲੇਰੀ ਨਾ ਗਏ ਸੀ। Everest must have 2 members went, ne? ਤਿੰਨ ਜਣ ਸਰ ਕੋ ਸਮਥਿੰਗ ਨਾ ਹਲੇਰੀ। ਟੈਨਜ਼ਿੰਗ ਹਿਲਰੀ ਐਂਡ ਨੀਲ ਆਰਮਸਟ੍ਰੋਂਗ। ਟੈਨਜ਼ਿੰਗ ਹਿਲਰੀ ਔਰ ਨੀਲ ਆਰਮਸਟ੍ਰੋਂਗ। Neil Armstrong is from India. ਨੀਲ ਆਰਮਸਟ੍ਰੋਂਗ ਭਾਰਤ ਤੋਂ ਸੀ। And another one from ਤਿੰਨ ਜਣ ਹਲੇਰੀ। Tenzing Hillary is from another country. ਟੈਨਜ਼ਿੰਗ ਹਿਲਰੀ ਕਿਸੇ ਦੂਜੇ ਦੇਸ਼ ਤੋਂ ਸੀ। So our Indian man went there and put the flag of the India. ਸਾਡੇ ਉਸ ਭਾਰਤੀ ਵਿਅਕਤੀ ਨੇ ਉਸ ਚੋਟੀ ਦੇ ਉੱਤੇ ਚੜ੍ਹ ਕੇ ਭਾਰਤ ਦਾ ਝੰਡਾ ਗੱਡ ਦਿੱਤਾ। It is the highest mountain. ਇਹ ਸਭ ਤੋਂ ਉੱਚੀ ਚੋਟੀ ਹੈ। But what the spirit they have, ਪਰ ਉਹਨਾਂ ਦੇ ਅੰਦਰ ਕਿਹੋ ਜਿਹਾ ਆਤਮਾ ਸੀ they have to reach that mountain. ਕਿ ਅਸੀਂ ਉਸ ਚੋਟੀ ਦੇ ਉੱਤੇ ਸਿਖਰ ਤੇ ਚੜ੍ਹਨਾ ਹੈ। In the Mount Everest is full of the ice fall. ਅਤੇ ਮਾਊਂਟ ਐਵਰੈਸਟ ਪੂਰੀ ਤਰ੍ਹਾਂ ਬਰਫ਼ ਦੇ ਨਾਲ ਧੁੰਦ ਦੇ ਨਾਲ ਭਰਿਆ ਹੋਇਆ ਹੈ। In the Kashmir side also, so many mountains are filled with the ice fall. ਅਤੇ ਕਸ਼ਮੀਰ ਦੀ ਤਰਫ ਵੀ ਬਹੁਤ ਸਾਰੇ ਪਹਾੜ ਜੋ ਹਨ ਬਰਫ਼ ਤੇ ਧੁੰਦ ਨਾਲ ਭਰੇ ਰਹਿੰਦੇ ਹਨ। I also went and climbed there. ਮੈਂ ਵੀ ਉੱਥੇ ਜਾ ਕੇ ਚੜ੍ਹਿਆ, ਪੋਨਾ ਪਹਾੜਾਂ ਤੇ ਚੜ੍ਹਿਆ ਤੇ ਦੇਖਿਆ। From there I saw the Pakistan also. ਉੱਥੋਂ ਮੈਂ ਪਾਕਿਸਤਾਨ ਨੂੰ ਵੀ ਦੇਖਿਆ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, that is the highest mountain you have to climb. ਉਹ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ ਤੇ ਤੁਹਾਨੂੰ ਉੱਤੇ ਚੜ੍ਹਨਾ ਪਏਗਾ। If you go there, what you will receive? ਤੇ ਜੇ ਤੁਸੀਂ ਉੱਥੇ ਜਾਓਗੇ ਤਾਂ ਕੀ ਹਾਸਿਲ ਕਰੋਗੇ? First of all, you receive the word of God. ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਦਾ ਵਚਨ ਪ੍ਰਾਪਤ ਕਰਾਂਗੇ। Secondly, you will receive the law of God. ਅਤੇ ਦੂਜਾ ਤੁਸੀਂ ਪਰਮੇਸ਼ਰ ਦੀ ਸ਼ਰ੍ਹਾ ਨੂੰ ਪ੍ਰਾਪਤ ਕਰੋਗੇ। Thirdly, you will receive the commandment and statutes. ਅਤੇ ਤੀਜਾ ਤੁਸੀਂ ਉਸ ਦੇ ਹੁਕਮਾਂ ਤੇ ਵਿਧੀਆਂ ਨੂੰ ਪ੍ਰਾਪਤ ਕਰੋਗੇ। Like that, when Moses went there, he received all these things. ਇਸ ਤਰ੍ਹਾਂ ਮੂਸਾ ਉਸ ਪਹਾੜ ਦੇ ਉੱਤੇ ਚੜ੍ਹਿਆ ਤੇ ਉਸਨੇ ਸਾਰੀਆਂ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕੀਤਾ। You have the full of the anointing. ਅਤੇ ਉਹ ਮਸਾਂ ਦੇ ਨਾਲ ਭਰਪੂਰ ਸੀ। Well, he came down to the people. ਜਦ ਉਹ ਨੀਚੇ ਉਤਰ ਕੇ ਲੋਕਾਂ ਦੇ ਕੋਲ ਆ ਰਿਹਾ ਸੀ, People unable to see his face. ਲੋਕ ਉਹਦੇ ਚਿਹਰੇ ਨੂੰ ਦੇਖ ਨਹੀਂ ਸਕੇ। That much glorious face. ਇੰਨਾ ਜ਼ਿਆਦਾ ਜਲਾਲੀ ਚਿਹਰਾ ਸੀ। That's why every time we have to understand, fill in the Holy Spirit and receive the word of God, revelation of God. ਇਸੇ ਕਰਕੇ ਸਾਨੂੰ ਇਹ ਸਮਝਣਾ ਹੋਇਆ ਹਮੇਸ਼ਾ ਸਾਨੂੰ ਪਵਿੱਤਰ ਆਤਮਾ ਦੇ ਮਸਾ ਵਿੱਚ ਭਰਨਾ ਚਾਹੀਦਾ ਹੈ, ਪਰਮੇਸ਼ਰ ਦੇ ਵਚਨ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਉਸ ਦਾ ਪ੍ਰਕਾਸ਼ਨ ਪ੍ਰਾਪਤ ਕਰਨਾ ਚਾਹੀਦਾ ਹੈ। Whosoever having the experience of Sinai, their face will be glorious face. ਜਿਨ੍ਹਾਂ ਦਾ ਸਿਨਾਈ ਪਹਾੜ ਦਾ ਤਜਰਬਾ ਹੋਵੇਗਾ ਉਹਨਾਂ ਦੇ ਚਿਹਰੇ ਜਲਾਲੀ ਹੋਣਗੇ। Not by lovely fair lovely, ਫੇਅਰ ਐਂਡ ਲਵਲੀ ਲਗਾ ਕੇ ਨਹੀਂ, beauty parallel face. ਬਿਊਟੀ ਪਾਰਲਰ ਜਾ ਕੇ ਚਿਹਰੇ ਨੂੰ ਚਮਕਾਉਣ ਦੇ ਨਾਲ That is not face. ਉਹ ਕੋਈ ਚਿਹਰਾ ਨਹੀਂ ਹੈ। Anointing when come upon you, your face will be shine. ਜਦ ਮਸਾ ਤੁਹਾਡੇ ਉੱਤੇ ਆਏਗਾ ਤਾਂ ਤੁਹਾਡਾ ਚਿਹਰਾ ਚਮਕੇਗਾ। When the God's law, God's word and commandment statutes, when it come to you, your face is very glorious. ਜਦ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੀ ਸ਼ਰ੍ਹਾ, ਪਰਮੇਸ਼ਰ ਦੇ ਹੁਕਮ ਅਤੇ ਵਿਧੀਆਂ ਤੁਹਾਡੇ ਕੋਲ ਆਉਣਗੇ ਤਾਂ ਤੁਹਾਡਾ ਚਿਹਰਾ ਜਲਾਲੀ ਹੋਏਗਾ। That's why you must climb that mountain. ਇਸ ਕਰਕੇ ਤੁਹਾਨੂੰ ਜ਼ਰੂਰ ਉਸ ਪਹਾੜ ਦੇ ਉੱਤੇ ਚੜ੍ਹਨਾ ਚਾਹੀਦਾ ਹੈ। What is the fifth one? ਪੰਜਵਾਂ ਕੀ ਹੈ? Mount Olive. ਜ਼ੈਤੂਨ ਦਾ ਪਹਾੜ। Luke 21 chapter 37. ਲੂਕਾ ਦੀ ਇੰਜੀਲ 21 ਅਧਿਆਇ 37 ਵਚਨ। Luke 21 chapter 37. ਲੂਕਾ ਦੀ ਇੰਜੀਲ 21 ਅਧਿਆਇ 37 ਵਚਨ। ਉਹ ਦਿਨ ਨੂੰ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਸ ਪਹਾੜ ਉੱਤੇ ਜਿਹੜਾ ਜੈਤੂਨ ਦਾ ਕਹਾਉਂਦਾ ਹੈ ਟਿਕਦਾ ਹੁੰਦਾ ਸੀ। And in the daytime he was teaching in the temple, and at night he went out and abode in the mount that is called the Mount of Olives. What Mount Olive shows, ਜ਼ੈਤੂਨ ਦਾ ਪਹਾੜ ਕਿਸ ਚੀਜ਼ ਨੂੰ ਦਰਸਾਉਂਦਾ ਹੈ? that is a prayer life. ਇਹ ਪ੍ਰਾਰਥਨਾ ਜੀਵਨ ਨੂੰ ਦਰਸਾਉਂਦਾ ਹੈ। Prayer life, the mountain of the prayer life. ਪ੍ਰਾਰਥਨਾ ਜੀਵਨ ਵਾਲਾ ਪਹਾੜ।
Lord Jesus every evening go to the Mount Olive and start a prayer. ਹਰ ਰੋਜ਼ ਸ਼ਾਮ ਨੂੰ ਪ੍ਰਭੂ ਯੀਸ਼ੂ ਮਸੀਹ ਜ਼ੈਤੂਨ ਪਹਾੜ ਦੇ ਉੱਤੇ ਜਾ ਕੇ ਸਾਰੀ ਰਾਤ ਪ੍ਰਾਰਥਨਾ ਵਿੱਚ ਬਿਤਾਉਂਦੇ ਸਨ। Throughout the night he spent on the Mount Olive. ਸਾਰੀ ਰਾਤ ਉਹ ਜ਼ੈਤੂਨ ਪਹਾੜ ਦੇ ਉੱਤੇ ਪ੍ਰਾਰਥਨਾ ਵਿੱਚ ਬਿਤਾਉਂਦੇ ਸਨ। Dear child of God, we need that experience of the night prayer, personal prayer with our Lord. ਪਰਮੇਸ਼ਰ ਦੇ ਪਿਆਰੇ ਬੱਚਿਓ, ਸਾਨੂੰ ਵਿਅਕਤੀਗਤ ਪ੍ਰਾਰਥਨਾ ਦਾ ਅਤੇ ਰਾਤ ਭਰ ਪ੍ਰਭੂ ਦੇ ਨਾਲ ਪ੍ਰਾਰਥਨਾ ਕਰਨ ਦਾ ਤਜਰਬਾ ਚਾਹੀਦਾ ਹੈ। God never allow me to sleep in the night sometime. ਕਈ ਵਾਰੀ ਪਰਮੇਸ਼ਰ ਮੈਨੂੰ ਰਾਤ ਨੂੰ ਸੌਣ ਦੀ ਇਜਾਜ਼ਤ ਨਹੀਂ ਦਿੰਦਾ। Go on, wake up in the 1 o'clock, 2 o'clock, 2:30, 3 o'clock. Lastly, if I disobey, God will wake up 4 o'clock praising. ਤੇ ਰਾਤ ਨੂੰ ਕਈ ਵਾਰੀ 1 ਵਜੇ, 1:30 ਵਜੇ, 2 ਵਜੇ, 2:30 ਵਜੇ, 3 ਵਜੇ ਜਗਾਉਂਦਾ ਰਹੇਗਾ। ਜੇਕਰ ਮੈਂ ਪਰਮੇਸ਼ਰ ਦੀ ਅਣਆਗਿਆਕਾਰੀ ਕਰਦਾ ਰਹਾਂਗਾ ਤਾਂ ਪਰਮੇਸ਼ਰ ਮੈਨੂੰ 4 ਵਜੇ ਤਾਰੀਫ ਲਈ ਉਠਾਏਗਾ। We have to climb that Mount Olive. ਤੁਹਾਨੂੰ ਉਸ ਜ਼ੈਤੂਨ ਪਹਾੜ ਦੇ ਉੱਤੇ ਚੜ੍ਹਨਾ ਹੀ ਪਏਗਾ। Throughout day he used to do the ministry on the roads. ਤੇ ਸਾਰਾ ਦਿਨ ਉਹ ਸੜਕਾਂ ਦੇ ਉੱਤੇ ਪਿਤਾ ਪਰਮੇਸ਼ਰ ਦੀ ਸੇਵਾ ਕਰਦਾ ਸੀ। He went to synagogue and so many places. ਉਹ ਹੈਕਲ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਜਾਂਦਾ ਸੀ। But night, evening when comes, there is no light like what we experience. So he went to the Mount Olive. ਪਰ ਜਦ ਸ਼ਾਮ ਹੁੰਦੀ ਸੀ, ਰਾਤ ਪੈਂਦੀ ਸੀ, ਹਨੇਰਾ ਹੋ ਜਾਂਦਾ ਸੀ, ਉਹਨਾਂ ਦਿਨਾਂ ਵਿੱਚ ਇਹਨਾਂ ਦਿਨਾਂ ਦੀ ਤਰ੍ਹਾਂ ਲਾਈਟ ਜਾਂ ਰੋਸ਼ਨੀ ਨਹੀਂ ਹੁੰਦੀ ਸੀ, ਤਾਂ ਉਹ ਜ਼ੈਤੂਨ ਪਹਾੜ ਦੇ ਉੱਤੇ ਜਾਂਦਾ ਸੀ। There is no torchlight also. ਕੋਈ ਟਾਰਚ ਲਾਈਟ ਵੀ ਨਹੀਂ ਹੁੰਦੀ ਸੀ। But Lord is a light. He went to the Mount Olive. ਪਰਮੇਸ਼ਰ ਚਾਨਣ ਹੈ, ਉਹ ਜ਼ੈਤੂਨ ਪਹਾੜ ਤੇ ਜਾਂਦਾ ਸੀ। Throughout night he prayed to Father. ਸਾਰੀ ਰਾਤ ਪਿਤਾ ਦੇ ਅੱਗੇ ਪ੍ਰਾਰਥਨਾ ਕਰਦਾ ਸੀ। That is the olive experience. ਇਹ ਜ਼ੈਤੂਨ ਪਹਾੜ ਦਾ ਤਜਰਬਾ ਹੈ। Isaiah 56, chapter 6, 56 and 6 and 7 says, ਇਹ ਸ਼ਾਇਦ ਦੀ ਕਿਤਾਬ 56 ਦੇ 6 ਤੇ 7 ਵਚਨ ਕਹਿੰਦਾ ਹੈ, ਓਪਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾ ਦੇ ਮਗਰ ਲਾ ਲਿਆ ਹੈ, ਵੀ ਉਸ ਦੀ ਸੇਵਾ ਕਰਨ ਅਤੇ ਯਹੋਵਾ ਦੇ ਨਾਲ ਪ੍ਰੇਮ ਰੱਖਣ ਅਤੇ ਉਸ ਦੇ ਦਾਸ ਹੋਣ। ਹਰੇਕ ਜੋ ਸ਼ਬਦ ਨੂੰ ਬਿਨਾਂ ਪਲੀਤ ਕੀਤੇ ਮੰਨਦਾ ਅਤੇ ਮੇਰੇ ਨਾਮ ਨੂੰ ਫੜੀ ਰੱਖਦਾ ਹੈ, ਇਹਨਾਂ ਨੂੰ ਮੈਂ ਆਪਣੇ ਪਵਿੱਤਰ ਪਹਾੜ ਨੂੰ ਲਿਆਵਾਂਗਾ ਅਤੇ ਉਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਆਨੰਦ ਦਿਵਾਵਾਂਗਾ। ਉਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ। ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ। ਪ੍ਰਭੂ ਯਹੋਵਾ ਦਾ ਵਾਕ ਹੈ ਜੋ ਇਸਰਾਇਲ ਦੇ ਕੱਢੇ ਹੋਏ ਨੂੰ ਇਕੱਠੇ ਕਰਦਾ। I will bring them to my house, mount, it is written there, mount, holy mountain. ਮੈਂ ਉਹਨਾਂ ਨੂੰ ਆਪਣੇ ਪਵਿੱਤਰ ਪਹਾੜ ਉੱਤੇ ਲਿਆਵਾਂਗਾ। I will bring them to my holy mountain ਮੈਂ ਉਹਨਾਂ ਨੂੰ ਆਪਣੇ ਪਵਿੱਤਰ ਪਹਾੜ ਉੱਤੇ ਲਿਆਵਾਂਗਾ and make them to joy in my prayer house. ਮੈਂ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਉਹਨਾਂ ਨੂੰ ਆਨੰਦਿਤ ਕਰਾਂਗਾ। Dear child of God, Mount Olive experience is Mount Holy Mount, that is a prayer life. ਪਰਮੇਸ਼ਰ ਦੇ ਪਿਆਰੇ ਬੱਚਿਓ, ਜ਼ੈਤੂਨ ਪਹਾੜ ਦਾ ਤਜਰਬਾ ਉਹ ਪਵਿੱਤਰ ਪਹਾੜ ਦਾ ਤਜਰਬਾ ਹੈ ਤੇ ਪ੍ਰਾਰਥਨਾ ਜੀਵਨ ਦਾ ਤਜਰਬਾ ਹੈ। Whosoever having the prayer life, they will rejoice every day. ਜਿਨ੍ਹਾਂ ਦੇ ਅੰਦਰ ਪ੍ਰਾਰਥਨਾ ਜੀਵਨ ਹੋਏਗਾ ਉਹ ਪ੍ਰਤੀ ਦਿਨ ਆਨੰਦਿਤ ਰਹਿਣਗੇ। Because God's promise, I will make them joy. ਕਿਉਂਕਿ ਪਰਮੇਸ਼ਰ ਦਾ ਵਾਅਦਾ ਕਿ ਮੈਂ ਉਹਨਾਂ ਨੂੰ ਆਨੰਦਿਤ ਕਰਾਂਗਾ। That's why, dear children of God, every time you have to climb to the Mount Olive. ਇਸੇ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ, ਅਸੀਂ ਹਮੇਸ਼ਾ ਜ਼ੈਤੂਨ ਪਹਾੜ ਦੇ ਉੱਤੇ ਚੜ੍ਹਨਾ ਹੈ। Genesis 8 chapter 11th verse says, ਉਤਪਤੀ ਪੁਸਤਕ 8 ਅਧਿਆਇ 11 ਵਚਨ ਕਹਿੰਦਾ ਹੈ, there we are seeing the leaves of the olive tree. ਉੱਥੇ ਅਸੀਂ ਜ਼ੈਤੂਨ ਦੇ ਰੁੱਖ ਦੇ ਪੱਤਿਆਂ ਨੂੰ ਦੇਖਦੇ ਹਾਂ। ਉਹ ਘੁੱਗੀ ਸ਼ਾਮ ਨੂੰ ਉਹਦੇ ਕੋਲ ਆਈ ਅਤੇ ਵੇਖੋ ਉਹਦੀ ਚੁੰਝ ਵਿੱਚ ਜੈਤੂਨ ਦਾ ਸੱਜਰਾ ਪੱਤਾ ਸੀ। ਸੋ ਨੂੰਹ ਨੇ ਜਾਣ ਲਿਆ ਵੀ ਪਾਣੀ ਧਰਤੀ ਉੱਤੋਂ ਘਟ ਗਿਆ। And the dove came in to him in the evening, and lo, in her mouth was an olive leaf plucked off. So no one knew that the waters were abated from off the earth. What it shows, ਇਹ ਕਿਸ ਗੱਲ ਨੂੰ ਦਰਸਾਉਂਦਾ ਹੈ? that is life of the prayer life with the hope. ਇਹ ਆਸ ਦੇ ਨਾਲ ਕੀਤੀ ਜਾਣ ਵਾਲੀ ਪ੍ਰਾਰਥਨਾ ਜੀਵਨ ਹੈ।
by hope only they will pray to God. ਅਤੇ ਆਸ ਦੇ ਨਾਲ ਉਹ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਹਨ। Every time they will sanctify. ਉਹ ਹਮੇਸ਼ਾ ਆਪਣੇ ਆਪ ਨੂੰ ਪਵਿੱਤਰ ਕਰਨਗੇ। They have the hope that one day they will see the Lord. ਅਤੇ ਉਹਨਾਂ ਦੇ ਅੰਦਰ ਆਸ ਹੈ ਕਿ ਇੱਕ ਦਿਨ ਉਹ ਜ਼ਰੂਰ ਆਪਣੇ ਪ੍ਰਭੂ ਨੂੰ ਦੇਖਣਗੇ। That's why, dear children of God, build up your prayer life and go to the Mount Olive. ਇਸ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ, ਆਪਣੇ ਪ੍ਰਾਰਥਨਾ ਜੀਵਨ ਦਾ ਨਿਰਮਾਣ ਕਰੋ ਅਤੇ ਜ਼ੈਤੂਨ ਪਹਾੜ ਉੱਤੇ ਜਾਓ। Moreover, the olive tree and leaf shows the healing power also. ਅਤੇ ਇਸ ਤੋਂ ਵੀ ਵੱਧ ਕੇ ਜ਼ੈਤੂਨ ਦੇ ਰੁੱਖ ਦੇ ਪੱਤੇ ਸ਼ਿਫਾ ਨੂੰ ਦਰਸਾਉਂਦੇ ਹਨ। Olive oil will heal the people. ਜ਼ੈਤੂਨ ਦਾ ਤੇਲ ਲੋਕਾਂ ਨੂੰ ਸ਼ਿਫਾ ਦਿੰਦਾ ਹੈ। That's why we have to experience to go to the Mount Olive tree, Yes. Olive Mount. ਇਸੇ ਕਰਕੇ ਅਸੀਂ ਜ਼ੈਤੂਨ ਪਹਾੜ ਉੱਤੇ ਚੜ੍ਹਨ ਦੇ ਤਜਰਬੇ ਨੂੰ ਪ੍ਰਾਪਤ ਕਰਨਾ ਹੈ। What is the next one? ਅਗਲਾ ਕੀ ਹੈ? Transfiguration mountain. ਰੂਪਾਂਤਰ ਪਹਾੜ। Read the Matthew 17 chapter 2nd verse. ਪੜਾਂਗੇ ਮਤੀ ਦੀ ਇੰਜੀਲ 17 ਅਧਿਆਇ ਦੂਜਾ ਵਚਨ। Matthew 17 chapter 2nd verse. ਮਤੀ ਦੀ ਇੰਜੀਲ 17 ਅਧਿਆਇ ਦੂਜਾ ਵਚਨ। ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹਦੇ ਕੱਪੜੇ ਚਾਨਣ ਜੇ ਚਿੱਟੇ ਹੋ ਗਏ। And was transfigured before them, and his face did shine as the sun, and his raiment was white as the light. Lord Jesus transformed ਪ੍ਰਭੂ ਯੀਸ਼ੂ ਮਸੀਹ ਦਾ ਰੂਪਾਂਤਰ ਚਿਹਰਾ ਰੂਪਾਂਤਰ ਹੋ ਗਿਆ on the Mount Transfiguration. ਅਤੇ ਉਹ ਰੂਪਾਂਤਰ ਪਹਾੜ ਸੀ। That is the highest mountain. ਉਹ ਸਭ ਤੋਂ ਉੱਚਾ ਪਹਾੜ ਹੈ। Lord taken the disciple 3 members and went to there. ਪ੍ਰਭੂ 3 ਚੇਲਿਆਂ ਨੂੰ ਆਪਣੇ ਨਾਲ ਲੈ ਕੇ ਉੱਥੇ ਗਏ। When he went there, he covered with the glory and the majesty, light of the glory. ਅਤੇ ਜਦ ਪ੍ਰਭੂ ਉੱਪਰ ਗਏ ਉਹ ਪਰਮੇਸ਼ਰ ਦੀ ਮਹਿਮਾ ਦੇ ਨਾਲ ਉਸਦੇ ਪਰਾਕਰਮ ਦੇ ਨਾਲ ਭਰਪੂਰ ਹੋ ਗਏ। Dear child of God, that is the highest mountain only. ਪਰਮੇਸ਼ਰ ਦੇ ਪਿਆਰੇ ਬੱਚੋ, ਇਹੀ ਸਭ ਤੋਂ ਉੱਚਾ ਪਹਾੜ ਹੈ। But you and I must climb to that mountain. ਪਰ ਤੁਸੀਂ ਅਤੇ ਮੈਂ ਉਸ ਪਹਾੜ ਉੱਤੇ ਚੜ੍ਹਨੇ ਚਾਹੀਦੇ ਹਾਂ। We have to transform our life. ਅਸੀਂ ਆਪਣੇ ਜੀਵਨ ਨੂੰ ਰੂਪਾਂਤਰ ਕਰਨਾ ਹੈ। Every time our life should be transformed and come to the glory of the Lord Jesus. ਹਮੇਸ਼ਾ ਸਾਡਾ ਜੀਵਨ ਰੂਪਾਂਤਰ ਹੁੰਦਾ ਰਹਿਣਾ ਚਾਹੀਦਾ ਹੈ ਅਤੇ ਪ੍ਰਭੂ ਯੀਸ਼ੂ ਮਸੀਹ ਦੀ ਮਹਿਮਾ ਤੱਕ ਪਹੁੰਚਣਾ ਚਾਹੀਦਾ ਹੈ। There we are seeing that Moses and Elijah stood with the Lord Jesus. ਉੱਥੇ ਅਸੀਂ ਮੂਸਾ ਅਤੇ ਏਲੀਆ ਨੂੰ ਪ੍ਰਭੂ ਦੇ ਨਾਲ ਗੱਲਾਂ ਕਰਦੇ ਹੋਏ ਦੇਖਦੇ ਹਾਂ। The glorious presence of God. ਪਰਮੇਸ਼ਰ ਦੀ ਜਲਾਲੀ ਹਜ਼ੂਰੀ। So all the believers and workers must and should go to the Mount Transfiguration. ਇਸ ਕਰਕੇ ਸਾਰੇ ਸੇਵਕ ਅਤੇ ਵਿਸ਼ਵਾਸੀ ਉਸ ਰੂਪਾਂਤਰ ਪਹਾੜ ਤੇ ਜਾਣੇ ਚਾਹੀਦੇ ਹਨ। What we have to do? ਅਸੀਂ ਕੀ ਕਰਨਾ ਹੈ? We have to transform our life. ਅਸੀਂ ਆਪਣੇ ਜੀਵਨ ਨੂੰ ਰੂਪਾਂਤਰ ਕਰਨਾ ਹੈ। इधर कंबल बोलते ना, कंबल, कंबल, blanket. One man went and asked, blanket, blanket, where are you? ਅਤੇ ਇੱਕ ਵਿਅਕਤੀ ਨੇ ਕੰਬਲ ਨੂੰ ਕਿਹਾ, ਕੰਬਲ, ਕੰਬਲ ਤੂੰ ਕਿੱਥੇ ਹੈ? Where you put me, there only I am. ਤੂੰ ਜਿੱਥੇ ਮੈਨੂੰ ਰੱਖੇਗਾ ਮੈਂ ਉੱਥੇ ਹੀ ਰਹਾਂਗਾ। Where you put me, there only I am. ਤੂੰ ਜਿੱਥੇ ਮੈਨੂੰ ਰੱਖਿਆ ਸੀ ਮੈਂ ਉੱਥੇ ਹੀ ਹਾਂ। That is so many believers' life and some workers also. ਅਤੇ ਬਹੁਤ ਸਾਰੇ ਵਿਸ਼ਵਾਸੀਆਂ ਅਤੇ ਕੁਝ ਸੇਵਕਾਂ ਦਾ ਜੀਵਨ ਵੀ ਇਸੇ ਤਰ੍ਹਾਂ ਹੀ ਹੈ। 5 years, 10 years, 20 years, 30 years, years going on passing, but they are not transforming their lives. 5, 10, 20, 30 ਸਾਲ ਬੀਤਦੇ ਰਹਿੰਦੇ ਹਨ ਪਰ ਉਹ ਆਪਣੇ ਜੀਵਨ ਨੂੰ ਤਬਦੀਲ ਨਹੀਂ ਕਰਦੇ, ਬਦਲਦੇ ਨਹੀਂ ਹਨ। The same nature, ਉਹੀ ਸੁਭਾਅ, same character. ਉਹੀ ਚਰਿੱਤਰ। They are not transforming their heart, their mind, their life. ਉਹ ਆਪਣੇ ਦਿਲ ਨੂੰ, ਮਨ ਨੂੰ, ਜੀਵਨ ਨੂੰ ਨਹੀਂ ਬਦਲਦੇ। First of all, Romans 12 chapter 2nd verse says, ਅਤੇ ਰੋਮੀਆਂ ਦੀ ਪੱਤਰੀ 12 ਅਧਿਆਇ ਦੂਜਾ ਵਚਨ ਕਹਿੰਦਾ ਹੈ। Romans 12 chapter 2nd verse. ਰੋਮੀਆਂ ਦੀ ਪੱਤਰੀ 12 ਅਧਿਆਇ ਦੂਜਾ ਵਚਨ। ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਵੀ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। And be not conformed to this world, but be transformed by the renewing of your mind, that ye may approve what is that good and acceptable and perfect will of God. Every day, every time we must transform our mind. ਹਰ ਰੋਜ਼ ਹਰ ਦਿਨ ਸਾਨੂੰ ਆਪਣੇ ਮਨ ਨੂੰ ਬਦਲਣਾ ਚਾਹੀਦਾ ਹੈ। That is called repentance, and we have to repent
and confess our sins. ਇਸ ਨੂੰ ਤੋਬਾ ਕਹਿੰਦੇ ਹਨ। ਅਸੀਂ ਤੋਬਾ ਕਰਨੀ ਹੈ ਤੇ ਆਪਣੇ ਪਾਪਾਂ ਦਾ ਇਕਰਾਰ ਕਰਨਾ ਹੈ। Transform our mind. ਆਪਣੇ ਮਨ ਨੂੰ ਤਬਦੀਲ ਕਰਨਾ ਹੈ, ਬਦਲਣਾ ਹੈ। We should not be in the wicked mind, ਅਸੀਂ ਆਪਣੇ ਉਸੇ ਦੁਸ਼ਟ ਮਨ ਵਿੱਚ ਨਹੀਂ ਰਹਿਣੇ ਚਾਹੀਦੇ, not a sinful mind, ਪਾਪ ਵਾਲੇ ਮਨ ਵਿੱਚ ਨਹੀਂ ਰਹਿਣੇ ਚਾਹੀਦੇ, not we have to any worldly mind. ਜਾਂ ਨਾ ਹੀ ਸਾਡਾ ਕੋਈ ਸੰਸਾਰਿਕ ਮਨ ਹੋਣਾ ਚਾਹੀਦਾ ਹੈ। Our mind must be renewed and transformed like a Lord Jesus. ਸਾਡਾ ਮਨ ਨਵਾਂ ਕੀਤਾ ਜਾਣਾ ਚਾਹੀਦਾ ਹੈ, ਤਬਦੀਲ ਹੁੰਦਾ ਜਾਣਾ ਚਾਹੀਦਾ ਹੈ ਪ੍ਰਭੂ ਯਿਸੂ ਮਸੀਹ ਦੀ ਤਰ੍ਹਾਂ। How can you transform your mind? ਤੁਸੀਂ ਕਿਸ ਤਰ੍ਹਾਂ ਆਪਣੇ ਮਨ ਨੂੰ ਤਬਦੀਲ ਕਰ ਸਕਦੇ ਹੋ, ਬਦਲ ਸਕਦੇ ਹੋ? When you transform your mind, that time your lives will be changed. ਜਦ ਤੁਹਾਡਾ ਮਨ ਬਦਲ ਜਾਏਗਾ ਤਾਂ ਤੁਹਾਡਾ ਜੀਵਨ ਬਦਲ ਜਾਏਗਾ, And you turn towards God. ਤੁਸੀਂ ਪਰਮੇਸ਼ਰ ਵੱਲ ਮੁੜੋਗੇ। When your mind is transformed, ਜਦ ਤੁਹਾਡਾ ਮਨ ਬਦਲ ਜਾਂਦਾ ਹੈ then you are coming out from the double mind. ਤਾਂ ਤੁਸੀਂ ਆਪਣੇ ਦੋਗਲੇ ਮਨ ਵਿੱਚੋਂ ਬਾਹਰ ਆ ਜਾਂਦੇ ਹੋ। We should not have double mind in our life. ਸਾਡੇ ਜੀਵਨ ਦੇ ਵਿੱਚ ਸਾਡੇ ਅੰਦਰ ਦੁਚਿੱਤਾ ਮਨ ਨਹੀਂ ਹੋਣਾ ਚਾਹੀਦਾ। What is the will of God? ਪਰਮੇਸ਼ਰ ਦੀ ਇੱਛਾ ਕੀ ਹੈ, We have to know, ਸਾਨੂੰ ਉਸ ਨੂੰ ਜਾਣਨਾ ਚਾਹੀਦਾ ਹੈ। and we have to do all the perfect which God gave to us. ਆ ਤੇ ਜੋ ਕੁਝ ਪਰਮੇਸ਼ਰ ਨੇ ਸਾਨੂੰ ਕਿਹਾ, ਸਾਨੂੰ ਉਸ ਦੀ ਸਿੱਧ ਇੱਛਾ ਕਰਨੀ ਚਾਹੀਦੀ ਹੈ। Secondly, Mark 9 chapter 2nd verse. ਆ ਤੇ ਮਰਕੁਸ ਦੀ ਇੰਜੀਲ 9 ਅਧਿਆਇ 2 ਵਚਨ, The same verse which is a transformation of the Lord Jesus Christ. ਆ ਤੇ ਇਹੀ ਪ੍ਰਭੂ ਯਿਸੂ ਮਸੀਹ ਦਾ ਜਲਾਲੀ ਰੂਪ ਹੋਣ ਦਾ ਉਹੀ ਵਚਨ ਹੈ। ਅਤੇ 6 ਦਿਨਾਂ ਪਿੱਛੋਂ ਯੀਸ਼ੂ ਨੇ ਪਤਰਸ ਅਤੇ ਯਕੂਬ ਔਰ ਯਹੂਨਾ ਨੂੰ ਨਾਲ ਲਿਆ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਨਿਰਾਲੇ ਵਿੱਚ ਅਲੱਗ ਲੈ ਗਿਆ ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ। And after 6 days, Jesus taketh with him Peter and James and John, and leadeth them up into an high mountain apart by themselves, and he was transfigured before them. So their transfigure took place before them. ਇੱਥੇ ਉਹਨਾਂ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਦਾ ਰੂਪ ਬਦਲ ਗਿਆ। Dear child of God, the transfiguration mountain will change your life and character. ਰੂਪਾਂਤਰ ਪਹਾੜ ਤੁਹਾਡੇ ਜੀਵਨ ਅਤੇ ਚਰਿੱਤਰ ਨੂੰ ਬਦਲ ਦੇਵੇਗਾ। Dear child of God, we have to climb that mountain. ਪਰਮੇਸ਼ਰ ਦੇ ਪਿਆਰੇ ਬੱਚੇ, ਸਾਨੂੰ ਉਸ ਪਹਾੜ ਤੇ ਚੜ੍ਹਨਾ ਹੀ ਪਏਗਾ। How you climb to that mountain? ਕਿਸ ਤਰ੍ਹਾਂ ਉਸ ਪਹਾੜ ਦੇ ਉੱਤੇ ਚੜ੍ਹਨਾ ਹੈ? By the Spirit of the Lord. ਪ੍ਰਭੂ ਦੇ ਆਤਮਾ ਦੇ ਦੁਆਰਾ। 2 Corinthians 3rd chapter 18th verse. ਦੂਜਾ ਕੁਰਿੰਥੀਆਂ 3 ਅਧਿਆਇ 18 ਵਚਨ। 2 Corinthians 3rd chapter 18. ਦੂਜਾ ਕੁਰਿੰਥੀਆਂ 3 ਅਧਿਆਇ 18 ਵਚਨ। ਪਰ ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੂ ਦੇ ਤੇਜ ਦਾ ਮਾਨੋ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ। But we all with open face beholding as in a glass the glory of the Lord are changed into the same image from glory to glory, even as by the Spirit of the Lord. By the Spirit of the Lord, you will change to glory to glory. ਪ੍ਰਭੂ ਦੇ ਆਤਮਾ ਦੇ ਦੁਆਰਾ ਅਸੀਂ ਮਹਿਮਾ ਤੋਂ ਮਹਿਮਾ ਵਿੱਚ ਬਦਲਦੇ ਜਾਵਾਂਗੇ। Likeness of the Lord Jesus Christ. ਪ੍ਰਭੂ ਯਿਸੂ ਮਸੀਹ ਦੇ ਉਸੇ ਸਰੂਪ ਤੇ ਬਦਲ ਜਾਵਾਂਗੇ। That's why every time you have to fill in the Holy Spirit. ਇਸ ਕਰਕੇ ਅਸੀਂ ਹਮੇਸ਼ਾ ਪਵਿੱਤਰ ਆਤਮਾ ਵਿੱਚ ਭਰਨਾ ਹੈ। Go on filling the Holy Spirit. ਲਗਾਤਾਰ ਪਵਿੱਤਰ ਆਤਮਾ ਵਿੱਚ ਭਰਦੇ ਰਹੋ। That time God will transform your mind, heart, body and spirit. ਉਸ ਸਮੇਂ ਪਰਮੇਸ਼ਰ ਤੁਹਾਡੇ ਦਿਲ ਨੂੰ, ਮਨ ਨੂੰ, ਸਰੀਰ ਨੂੰ ਤੇ ਆਤਮਾ ਨੂੰ ਬਦਲ ਦੇਵੇਗਾ, ਰੂਪਾਂਤਰ ਕਰ ਦੇਵੇਗਾ। Every time fill in the Spirit and transform from glory to glory, likeness of Jesus. ਹਮੇਸ਼ਾ ਅਸੀਂ ਆਤਮਾ ਵਿੱਚ ਭਰ ਕੇ ਮਹਿਮਾ ਤੋਂ ਮਹਿਮਾ ਵਿੱਚ ਪ੍ਰਭੂ ਯਿਸੂ ਮਸੀਹ ਦੇ ਉਸੇ ਸਰੂਪ ਵਿੱਚ ਬਦਲ ਜਾਣਾ ਹੈ। That's why you and I must go to the transfiguration. ਇਸੇ ਕਰਕੇ ਤੁਸੀਂ ਅਤੇ ਮੈਂ ਉਸ ਰੂਪਾਂਤਰ ਪਹਾੜ ਤੇ ਜਾਣਾ ਹੈ। Don't say, Lord, this is a higher, I can't do that. ਇਸ ਤਰ੍ਹਾਂ ਨਾ ਕਹੋ ਕਿ ਪਰਮੇਸ਼ਰ ਇਹ ਮੇਰੇ ਤੋਂ ਉੱਚਾ, ਮੈਂ ਨਹੀਂ ਚੜ ਸਕਦਾ। God telling to the Moses, come up. ਪਰਮੇਸ਼ਰ ਨੇ ਮੂਸਾ ਨੂੰ ਕਿਹਾ ਕਿ ਇੱਧਰ ਉਤਾਰ। God told to the Saint John, come up. ਪਰਮੇਸ਼ਰ ਨੇ ਸੰਤ ਯਹੂਨਾ ਨੂੰ ਕਿਹਾ ਕਿ ਇੱਧਰ ਉੱਪਰ ਉਤਾਰ। Read that Revelation 4 chapter 1 and 2. ਪੜਾਂਗੇ ਪ੍ਰਕਾਸ਼ ਦੀ ਪੋਥੀ 4 ਅਧਿਆਇ 1 ਤੇ 2 ਵਚਨ। ਇਹਦੇ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਵੀ ਆਕਾਸ਼ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਸੋ ਤੁਰੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਭਈ ਇੱਧਰ ਉਤਾਹਾਂ ਨੂੰ ਆ ਜਾ ਅਤੇ ਜੋ ਕੁਝ ਇਹਦੇ ਮਗਰੋਂ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਵਾਂ।
ਉਵੇਂ ਹੀ ਆਤਮਾ ਉਵੇਂ ਹੀ ਮੈਂ ਆਤਮਾ enough. After this I looked, and behold, a door was opened in heaven, and the first voice which I heard was as it were of a trumpet talking with me, which said, Come up hither, and I will show thee things which must be hereafter. Come up, Lord told to John, come up. ਪਰਮੇਸ਼ਰ ਨੇ ਯਹੂਨਾ ਨੂੰ ਕਿਹਾ ਕਿ ਇੱਧਰ ਉੱਪਰ ਉਤਾਂ। That is a Mount Zion and Jerusalem, the throne of God. ਆਤੇ ਉਹ ਸਿਯੋਨ ਤੇ ਯਰੂਸ਼ਲਮ ਪਹਾੜ ਹੈ, ਪਰਮੇਸ਼ਰ ਦਾ ਸਿੰਘਾਸਨ ਹੈ। That's why, dear children of God, you have to climb. You have to go to that mountain experience. ਪਰਮੇਸ਼ਰ ਦੇ ਪਿਆਰੇ ਬੱਚਿਓ, ਸਾਨੂੰ ਉਸ ਪਹਾੜ ਤੇ ਚੜ੍ਹਨਾ ਹੀ ਪਏਗਾ, ਉਸ ਪਹਾੜੀ ਤਜਰਬੇ ਨੂੰ ਪ੍ਰਾਪਤ ਕਰਨਾ ਹੀ ਪਏਗਾ। Don't say, Lord, I can't. ਇਸ ਤਰ੍ਹਾਂ ਨਾ ਕਹੋ ਕਿ ਪ੍ਰਭੂ ਨਹੀਂ, ਮੈਂ ਨਹੀਂ ਚੜ੍ਹ ਸਕਦਾ। If you say like that, then you will lose the Zion and Jerusalem coming of the Lord. ਜੇਕਰ ਤੁਸੀਂ ਇਸ ਤਰ੍ਹਾਂ ਕਹੋਗੇ ਤਾਂ ਸਿਯੋਨ ਤੇ ਯਰੂਸ਼ਲਮ ਨੂੰ ਖੋ ਬੈਠੋਗੇ, ਪ੍ਰਭੂ ਦੀ ਆਮਦ ਦੇ ਵਿੱਚੋਂ ਰਹਿ ਜਾਓਗੇ। But David was praying, ਦਾਊਦ ਕੀ ਪ੍ਰਾਰਥਨਾ ਕਰ ਰਿਹਾ ਸੀ? which mountain I can't climb, O God, help me to climb that. ਪਰਮੇਸ਼ਰ, ਮੈਂ ਜਿਸ ਪਹਾੜ ਉਤੇ ਨਹੀਂ ਚੜ੍ਹ ਸਕਦਾ, ਉਸ ਪਹਾੜ ਉਤੇ ਚੜ੍ਹਨ ਦੇ ਲਈ ਮੇਰੀ ਸਹਾਇਤਾ ਕਰ। We have to pray and go to that mountain. ਅਸੀਂ ਪ੍ਰਾਰਥਨਾ ਕਰਕੇ ਉਸ ਪਹਾੜ ਦੇ ਉੱਤੇ ਚੜ੍ਹਨਾ ਹੈ। Everest mountain, when the people go, so many people die in the middle only. ਤੇ ਕਿੰਨੇ ਲੋਕਾਂ ਨੇ ਉਸ ਮਾਊਂਟ ਐਵਰੈਸਟ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਕਿੰਨੇ ਲੋਕ ਰਸਤੇ ਵਿੱਚ ਮਰ ਗਏ। They will slip from a higher mountain. ਉਹ ਉਸ ਚੋਟੀ ਤੋਂ ਫਿਸਲ ਜਾਂਦੇ ਹਨ। Like that, so many believers and workers happen in their life. ਇਸੇ ਤਰ੍ਹਾਂ ਕਿੰਨੇ ਸੇਵਕਾਂ ਤੇ ਵਿਸ਼ਵਾਸੀਆਂ ਦੇ ਜੀਵਨ ਦੇ ਵਿੱਚ ਇਹ ਹੋਇਆ। But every day we must pray like a David. ਪਰ ਸਾਨੂੰ ਹਰ ਰੋਜ਼ ਦਾਊਦ ਦੀ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ। Lord, I can't climb. Please help me. I have to go there. ਪਰਮੇਸ਼ਰ, ਮੈਂ ਉੱਪਰ ਨਹੀਂ ਚੜ੍ਹ ਸਕਦਾ, ਮੇਰੀ ਉਸ ਤੇ ਉਤਾਂ ਚੜ੍ਹਨ ਦੇ ਲਈ ਸਹਾਇਤਾ ਕਰ। What is the seventh one? ਸੱਤਵਾਂ ਕੀ ਹੈ? That is a Mount Sinai. Oh, sorry, Mount Zion. ਉਹ ਸਿਯੋਨ ਪਹਾੜ ਹੈ। What it shows, ਇਹ ਕਿਸ ਗੱਲ ਨੂੰ ਦਰਸਾਉਂਦਾ ਹੈ? that is a holy mountain. ਉਹ ਪਵਿੱਤਰ ਪਹਾੜ ਹੈ। Read the Revelation 14th chapter, first verse. ਪੜਾਂਗੇ ਪ੍ਰਕਾਸ਼ ਦੀ ਪੋਥੀ 14 ਅਧਿਆਇ ਪਹਿਲਾ ਵਚਨ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਵੀ ਲੇਲਾ ਸਿਯੋਨ ਦੇ ਪਹਾੜ ਉੱਤੇ ਖਲੋਤਾ ਹੈ, ਅਤੇ ਉਹਦੇ ਨਾਲ 1,44,000 ਹਨ, ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। And I looked, and lo, a lamb stood on the Mount Zion, and with him 144,000, having his father's name written in their foreheads. Psalms 48, first verse. 48 ਜ਼ਬੂਰ ਪਹਿਲਾ ਵਚਨ। ਜ਼ਬੂਰ ਪਹਿਲਾ ਵਚਨ। ਯਹੋਵਾ ਮਹਾਨ ਹੈ ਅਤੇ ਅਤ ਉਸਤਤ ਦੇ ਯੋਗ ਹੈ, ਸਾਡੇ ਪਰਮੇਸ਼ਰ ਦੇ ਨਗਰ ਵਿੱਚ ਉਹਦੇ ਪਵਿੱਤਰ ਪਹਾੜ ਉੱਤੇ। Great is the Lord, and greatly to be praised in the city of our God, in the mountain of his holiness. Mountain of the holiness. ਪਰਮੇਸ਼ਰ ਦੀ ਪਵਿੱਤਰਤਾਈ ਦਾ ਪਹਾੜ। That is a God's mountain. ਉਹ ਪਰਮੇਸ਼ਰ ਦਾ ਪਹਾੜ ਹੈ। We have to go there. ਅਸੀਂ ਉੱਥੇ ਜਾਣਾ ਹੈ। Who will climb that? ਕੌਣ ਉੱਥੇ ਚੜ੍ਹੇਗਾ? Only holy people. ਕੇਵਲ ਪਵਿੱਤਰ ਲੋਕ। If you maintain the holiness in the world, you can climb that Mount holiness. ਜੇਕਰ ਤੁਸੀਂ ਸੰਸਾਰ ਵਿੱਚ ਆਪਣੀ ਪਵਿੱਤਰਤਾਈ ਨੂੰ ਕਾਇਮ ਰੱਖਦੇ ਹੋ ਤਾਂ ਤੁਸੀਂ ਉਸ ਪਵਿੱਤਰ ਪਹਾੜ ਤੇ ਚੜ੍ਹ ਸਕਦੇ ਹੋ। Zion people, so many young children having the calling for Zion. ਸਿਯੋਨ ਦੇ ਲੋਕ, ਕਿੰਨੇ ਜਵਾਨ ਲੋਕਾਂ ਨੂੰ ਸਿਯੋਨ ਦਾ ਸੱਦਾ ਹੈ। But what they are saying, ਪਰ ਉਹ ਕੀ ਕਹਿੰਦੇ ਹਨ? no Lord, I can't do. ਨਹੀਂ ਪਰਮੇਸ਼ਰ, ਮੈਂ ਨਹੀਂ ਕਰ ਸਕਦਾ। I am seeing so many servants of God here only, I can't do. ਮੈਂ ਇੱਥੇ ਬਹੁਤ ਸਾਰੇ ਪਰਮੇਸ਼ਰ ਦੇ ਸੇਵਕਾਂ ਨੂੰ ਵੇਖਦਾ ਹਾਂ, ਮੈਂ ਨਹੀਂ ਕਰ ਸਕਦਾ। They are telling to God. ਉਹ ਪਰਮੇਸ਼ਰ ਨੂੰ ਕਹਿੰਦੇ ਹਨ। But you have to go to that Mount holy mountain. ਪਰ ਤੁਹਾਨੂੰ ਉਸ ਪਵਿੱਤਰ ਪਹਾੜ ਤੇ ਚੜ੍ਹਨਾ ਪਏਗਾ। By holiness you can climb very easily. ਪਵਿੱਤਰਤਾਈ ਦੇ ਨਾਲ ਤੁਸੀਂ ਆਸਾਨੀ ਨਾਲ ਉਸ ਪਹਾੜ ਤੇ ਚੜ੍ਹ ਸਕਦੇ ਹੋ। Isaiah 35 chapter ਯਸ਼ਾਇਆ ਦੀ ਕਿਤਾਬ 35 ਅਧਿਆਇ 8, 9, 10. 8, 9 ਤੇ 10। Isaiah 35 chapter 8, 9, 10. ਯਸ਼ਾਇਆ ਦੀ ਕਿਤਾਬ 35 ਅਧਿਆਇ 8, 9 ਤੇ 10 ਵਚਨ। ਉੱਥੇ ਇੱਕ ਸ਼ਾਹੀ ਰਾਹ ਹੋਵੇਗਾ ਅਤੇ ਉਹ ਰਾਹ ਪਵਿੱਤਰ ਰਾਹ ਕਹਾਵੇਗਾ, ਕੋਈ ਅਸ਼ੁੱਧ ਉਹਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। ਰਾਹੀ ਭਾਵੇਂ ਮੂਰਖ ਹੋਣ, ਕੁਰਾਹੇ ਨਾ ਪੈਣਗੇ। ਉੱਥੇ ਕੋਈ ਬੱਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾਣ ਵਾਲਾ ਦਰਿੰਦਾ ਉਸ ਉੱਤੇ ਨਾ ਚੜ੍ਹੇਗਾ। ਉਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਚੱਲਣਗੇ। And a highway shall be there,
and a way, and it shall be called the way of holiness. Bas. Way of the holiness. ਪਵਿੱਤਰਤਾਈ ਦਾ ਮਾਰਗ। The people who live the holy life, they will go through the holy way. ਅਤੇ ਜਿਹੜੇ ਲੋਕ ਪਵਿੱਤਰ ਜੀਵਨ ਬਤੀਤ ਕਰਦੇ ਹਨ ਉਹ ਉਸ ਪਵਿੱਤਰ ਮਾਰਗ ਵਿੱਚੋਂ ਦੀ ਜਾਣਗੇ। There is no terrible beast and lion. ਉੱਥੇ ਕੋਈ ਸ਼ੇਰ ਜਾਂ ਦਰਿੰਦਾ ਨਹੀਂ ਹੋਏਗਾ। But whosoever living the holy life, they will go easily. ਪਰ ਜਿਹੜੇ ਪਵਿੱਤਰ ਜੀਵਨ ਬਤੀਤ ਕਰਦੇ ਹਨ ਉਹ ਆਸਾਨੀ ਨਾਲ ਜਾ ਸਕਦੇ ਹਨ। So young children, don't hate to come to Zion. Don't say that, Lord, I can't climb to the Mount Zion. ਇਸ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ ਇਸ ਲਈ ਸਿਯੋਨ ਦੇ ਵਿੱਚ ਜਾਣ ਦੇ ਲਈ ਨਫ਼ਰਤ ਨਾ ਕਰੋ ਅਤੇ ਇਹ ਨਾ ਕਹੋ ਕਿ ਨਹੀਂ ਪ੍ਰਭੂ ਮੈਂ ਉਸ ਪਵਿੱਤਰ ਪਹਾੜ ਤੇ ਨਹੀਂ ਚੜ੍ਹ ਸਕਦਾ। You have to, like a David, you have to cry unto God. ਤੁਸੀਂ ਦਾਊਦ ਦੀ ਤਰ੍ਹਾਂ ਪਰਮੇਸ਼ਰ ਦੇ ਅੱਗੇ ਦੁਹਾਈ ਦੇਣੀ ਹੈ। I can't climb, Lord, but you help me. ਪਰਮੇਸ਼ਰ ਮੈਂ ਨਹੀਂ ਚੜ੍ਹ ਸਕਦਾ ਪਰ ਤੂੰ ਮੇਰੀ ਸਹਾਇਤਾ ਕਰ। If God give the calling, you have to obey the calling. ਜੇਕਰ ਪਰਮੇਸ਼ਰ ਸੱਦਾ ਦਿੰਦਾ ਤਾਂ ਤੁਹਾਨੂੰ ਸੱਦੇ ਦੀ ਆਗਿਆਕਾਰੀ ਕਰਨੀ ਪਏਗੀ। Otherwise, you will be in trouble. You can't reach the Zion and Jerusalem. ਨਹੀਂ ਤਾਂ ਤੁਸੀਂ ਮੁਸੀਬਤ ਵਿੱਚ ਪੈ ਜਾਓਗੇ ਤੁਸੀਂ ਸਿਯੋਨ ਤੇ ਯਰੂਸ਼ਲਮ ਜਾ ਨਹੀਂ ਸਕੋਗੇ। But what Lot told, ਪਰ ਲੂਤ ਨੇ ਕੀ ਕਿਹਾ? Lord, I can't climb to that mountain. ਪਰਮੇਸ਼ਰ ਮੈਂ ਉਸ ਪਹਾੜ ਤੇ ਨਹੀਂ ਚੜ੍ਹ ਸਕਦਾ। I will go this small village, small pind. I will go and hid myself. ਮੈਂ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਨਗਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਛਿਪਾ ਲਵਾਂਗਾ। Genesis 19 chapter 17th verse. ਉਤਪਤੀ ਪੁਸਤਕ 19 ਦੇ 17 ਵਚਨ। ਤਾਂ ਐਂ ਹੋਇਆ ਜਦੋਂ ਉਹਨਾਂ ਨੂੰ ਬਾਹਰ ਲਿਆਏ ਤਾਂ ਉਸਨੇ ਆਖਿਆ ਆਪਣੀ ਜਾਨ ਲੈ ਕੇ ਭੱਜ ਜਾ, ਆਪਣੇ ਪਿੱਛੇ ਨਾ ਵੇਖੀ ਔਰ ਸਾਰੇ ਦੂਣ ਵਿੱਚ ਕਿਤੇ ਨਾ ਠਹਿਰੀ, ਪਹਾੜ ਨੂੰ ਭੱਜ ਜਾ ਪਰ ਜਿਆ ਨਾ ਹੋਵੇ ਕਿ ਤੂੰ ਭਸਮ ਹੋ ਜਾਵੇਂ। And it came to pass, when they had brought them forth abroad, that he said, Escape for thy life, look not behind thee, neither stay thou in all the plain, escape to the mountain, lest thou be consumed. He telling the lame excuse to God and telling the suggestion to God. ਉਹ ਪਰਮੇਸ਼ਰ ਦੇ ਅੱਗੇ ਵਿਅਰਥ ਬਹਾਨੇ ਬਣਾ ਕੇ ਦੱਸ ਰਿਹਾ, ਪਰਮੇਸ਼ਰ ਨੂੰ ਹਦਾਇਤਾਂ ਦੇ ਰਿਹਾ। If you want to escape, you go to that mountain. ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਉਸ ਪਹਾੜ ਉੱਤੇ ਭੱਜ ਜਾਓ। But he says, I can't, oh God. ਪਰ ਉਹ ਕਹਿੰਦਾ ਪਰਮੇਸ਼ਰ ਨਹੀਂ ਮੈਂ ਨਹੀਂ ਭੱਜ ਸਕਦਾ ਚੜ੍ਹ ਸਕਦਾ। He went nearby one cave, ਉਹ ਨੇੜੇ ਹੀ ਗੁਫਾ ਦੇ ਵਿੱਚ ਚਲਿਆ ਗਿਆ, one small village. ਇੱਕ ਛੋਟਾ ਜਿਹਾ ਪਿੰਡ। But what happened? ਪਰ ਕੀ ਹੋਇਆ? The own daughter sinned with him. ਉਸ ਦੀਆਂ ਆਪਣੀਆਂ ਬੇਟੀਆਂ ਨੇ ਉਸੇ ਨਾਲ ਪਾਪ ਕੀਤਾ। Amorite and Moab nation he created. ਉਹਨਾਂ ਨੇ ਅਮੋਨੀਆ ਤੇ ਮੁਆਬੀਆਂ ਦੀ ਪੀੜ੍ਹੀ ਨੂੰ ਪੈਦਾ ਕੀਤਾ Because he not obey the voice of God. ਕਿਉਂਕਿ ਉਹਨਾਂ ਨੇ ਪਰਮੇਸ਼ਰ ਦੀ ਆਵਾਜ਼ ਦੀ ਆਗਿਆਕਾਰੀ ਨਹੀਂ ਕੀਤੀ। Lord, I can't climb that. ਪਰਮੇਸ਼ਰ ਮੈਂ ਉਸ ਪਹਾੜ ਤੇ ਨਹੀਂ ਚੜ੍ਹ ਸਕਦਾ। That's why he lost his glorious life and holy life. ਇਸ ਕਰਕੇ ਉਹ ਆਪਣਾ ਜਲਾਲੀ ਤੇ ਪਵਿੱਤਰ ਜੀਵਨ ਗਵਾ ਬੈਠਾ। But what David says, ਪਰ ਦਾਊਦ ਕੀ ਕਹਿੰਦਾ ਹੈ? Lord, help me, Lord. ਪਰਮੇਸ਼ਰ ਮੇਰੀ ਸਹਾਇਤਾ ਕਰ। Which mountain I unable to climb, help me to climb that. ਮੈਂ ਜਿਸ ਪਹਾੜ ਤੇ ਨਹੀਂ ਚੜ੍ਹ ਸਕਦਾ ਉਸ ਪਹਾੜ ਤੇ ਚੜ੍ਹਨ ਲਈ ਮੇਰੀ ਸਹਾਇਤਾ ਕਰ। This 7 mountain experience we need in our spiritual life. ਸਾਨੂੰ ਸਾਡੇ ਆਤਮਿਕ ਜੀਵਨ ਦੇ ਵਿੱਚ ਇਹਨਾਂ 7 ਪਹਾੜਾਂ ਦੇ ਤਜਰਬੇ ਚਾਹੀਦੇ ਹਨ। Dear child of God, you have to go to the mountain. ਪਰਮੇਸ਼ਰ ਦੇ ਪਿਆਰੇ ਬੱਚੇ ਤੁਹਾਨੂੰ ਉਹਨਾਂ ਪਹਾੜਾਂ ਦੇ ਤਜਰਬੇ ਤੇ ਜਾਣਾ ਹੀ ਪਏਗਾ। Because you are going to dwell in the Mount Zion and Jerusalem forever and ever. ਕਿਉਂਕਿ ਤੁਸੀਂ ਜੁਗੋ ਜੁਗ ਸਿਯੋਨ ਤੇ ਯਰੂਸ਼ਲਮ ਵਿੱਚ ਵਾਸ ਕਰਨ ਜਾ ਰਹੇ ਹੋ। Not on the earth, ਇਸ ਧਰਤੀ ਤੇ ਨਹੀਂ, not on the heaven, ਸਵਰਗ ਵਿੱਚ ਨਹੀਂ, but on the Mount Zion and Jerusalem. ਪਰ ਸਿਯੋਨ ਅਤੇ ਯਰੂਸ਼ਲਮ ਪਹਾੜ ਤੇ। According to these 7 mountains experience, ਇਹਨਾਂ 7 ਪਹਾੜੀ ਤਜਰਬਿਆਂ ਦੇ ਅਨੁਸਾਰ we have to practice and live in that. ਸਾਨੂੰ ਉਹਨਾਂ ਦਾ ਅਭਿਆਸ ਕਰਨਾ ਹੈ ਤੇ ਉਹਨਾਂ ਦੇ ਵਿੱਚ ਜੀਵਨ ਬਤੀਤ ਕਰਨਾ ਹੈ। All kneel down ਸਾਰੇ ਗੋਡਿਆਂ ਦੇ ਬੈਠਾਂਗੇ, and examine our life. ਆਪਣੇ ਜੀਵਨ ਨੂੰ ਜਾਂਚ ਕੇ ਦੇਖਾਂਗੇ। Cry unto God. ਪਰਮੇਸ਼ਰ ਦੇ ਅੱਗੇ ਦੁਹਾਈ ਦਿਓ, God, help me, oh God. ਪਰਮੇਸ਼ਰ ਮੇਰੀ ਸਹਾਇਤਾ ਕਰ। Like a David, he prayed to God. ਦਾਊਦ ਦੀ ਤਰ੍ਹਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ। I can't climb, oh God. ਪਰਮੇਸ਼ਰ ਮੈਂ ਨਹੀਂ ਚੜ੍ਹ ਸਕਦਾ, But please help me to climb. ਪਰਮੇਸ਼ਰ ਚੜ੍ਹਨ ਦੇ ਲਈ ਮੇਰੀ ਸਹਾਇਤਾ ਕਰ। Read that word once again in 2 languages. ਇੱਕ ਵਾਰ ਫਿਰ ਉਹਨਾਂ ਦੋਵਾਂ ਭਾਸ਼ਾਵਾਂ ਵਿੱਚ ਉਹ ਵਚਨ ਦੁਬਾਰਾ ਪੜਾਂਗੇ।
61 verse 2. ਮੈਂ ਆਪਣੇ ਮਨ ਦੇ ਨਿਡਾਲ ਹੋਣ ਵਿੱਚ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ। ਉਸ ਪਹਾੜ ਉੱਤੇ ਜੋ ਮੇਰੇ ਲਈ ਉੱਚੀ, ਉਸ ਚਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ। From the end of the earth will I cry unto thee, when my heart is overwhelmed. Lead me to the rock that is higher than I. Lead me to the rock higher than I. ਉਸ ਚਟਾਨ ਉੱਤੇ ਚੜਾ ਜੋ ਮੇਰੇ ਤੋਂ ਉੱਚੀ ਹੈ। Lord, that is higher than me only. ਪਰਮੇਸ਼ਰ ਉਹ ਮੇਰੇ ਤੋਂ ਉੱਚੀ ਹੈ, But you have to lead me. ਪਰ ਤੂੰ ਹੀ ਮੈਨੂੰ ਚਲਾਉਣਾ ਹੈ, You have to help me. ਤੂੰ ਮੇਰੀ ਸਹਾਇਤਾ ਕਰਨੀ ਹੈ। How many children want to go to that Mount Zion and Jerusalem? ਕਿੰਨੇ ਪਰਮੇਸ਼ਰ ਦੇ ਬੱਚੇ ਸਿਯੋਨ ਤੇ ਯਰੂਸ਼ਲਮ ਪਹਾੜ ਉੱਤੇ ਜਾਣਾ ਚਾਹੁੰਦੇ ਹਨ? Lift up your eyes, God will see you. ਆਪਣੇ ਹੱਥਾਂ ਨੂੰ ਉਠਾਓ, ਪਰਮੇਸ਼ਰ ਤੁਹਾਡੇ ਹੱਥਾਂ ਨੂੰ ਦੇਖੇਗਾ। How many people want to go to Zion, Mount Zion and Mount Jerusalem? ਕਿੰਨੇ ਲੋਕ ਸਿਯੋਨ ਅਤੇ ਯਰੂਸ਼ਲਮ ਪਹਾੜ ਤੇ ਜਾਣਾ ਚਾਹੁੰਦੇ ਹਨ? That's the 7 experience you need in your life. ਤਾਂ ਸਾਨੂੰ ਸਾਡੇ ਜੀਵਨ ਦੇ ਵਿੱਚ 7 ਤਜਰਬੇ ਚਾਹੀਦੇ ਹਨ। All 7 is a mountains only, ਅਤੇ ਇਹ ਸਾਰੇ 7 ਪਹਾੜ ਹਨ, not plain ground. ਇਹ ਕੋਈ ਪੱਧਰਾ ਮੈਦਾਨ ਨਹੀਂ ਹੈ। We have to go to Mount Carmel, ਅਸੀਂ ਕਾਰਮੇਲ ਪਹਾੜ ਤੇ ਚੜ੍ਹਨਾ ਹੈ, receive the authority and power. ਪਰਮੇਸ਼ਰ ਤੋਂ ਸਮਰੱਥਾ ਤੇ ਇਖਤਿਆਰ We ਪ੍ਰਾਪਤ must ਕਰਨਾ ਹੈ। go to Mount Olive, ਅਸੀਂ ਜ਼ੈਤੂਨ ਪਹਾੜ ਤੇ ਚੜ੍ਹਨਾ ਹੈ, experience of the prayer life. ਪ੍ਰਾਰਥਨਾ ਜੀਵਨ ਦਾ ਤਜਰਬਾ। Like that Mount Sinai, ਇਸੇ ਤਰ੍ਹਾਂ ਸੀਨਾਈ ਪਹਾੜ, anointing of the Holy Spirit. ਪਵਿੱਤਰ ਆਤਮਾ ਦਾ ਮਸਾ। Like that 7 mountains you have to go and practice in your life. ਇਸ ਤਰ੍ਹਾਂ ਇਹਨਾਂ 7 ਪਹਾੜਾਂ ਤੇ ਜਾ ਕੇ 7 ਤਜਰਬਿਆਂ ਨੂੰ ਪ੍ਰਾਪਤ ਕਰਕੇ ਉਹਨਾਂ ਦਾ ਆਪਣੇ ਜੀਵਨ ਵਿੱਚ ਅਭਿਆਸ ਕਰਨਾ ਹੈ। Lord is coming very soon, ਪ੍ਰਭੂ ਬਹੁਤ ਜਲਦੀ ਆ ਰਿਹਾ ਹੈ, and He want to take you to the Mount Zion and Jerusalem. ਤੇ ਉਹ ਸਾਨੂੰ ਸਿਯੋਨ ਤੇ ਯਰੂਸ਼ਲਮ ਪਹਾੜ ਤੇ ਲੈ ਕੇ ਜਾਣਾ ਚਾਹੁੰਦਾ ਹੈ। Open your mouth and cry unto God, God, give me grace. ਆਪਣਾ ਮੂੰਹ ਖੋਲ ਕੇ ਪਰਮੇਸ਼ਰ ਦੇ ਅੱਗੇ ਦੁਹਾਈ ਦਿਆਂਗੇ, ਪਰਮੇਸ਼ਰ ਮੈਨੂੰ ਕਿਰਪਾ ਦੇ। Lead me, O God, which is higher than I. ਪਰਮੇਸ਼ਰ ਮੈਨੂੰ ਉਸ ਚਟਾਨ ਤੇ ਪਹੁੰਚਾ ਜੋ ਮੇਰੇ ਤੋਂ ਉੱਚੀ ਹੈ। Open your mouth and right now the God will give the grace and anointing. ਹੁਣੇ ਆਪਣਾ ਮੂੰਹ ਖੋਲ ਕੇ ਦੁਹਾਈ ਦਿਓ, ਪਰਮੇਸ਼ਰ ਤੁਹਾਨੂੰ ਕਿਰਪਾ ਤੇ ਮਸਾ ਦੇਵੇਗਾ। St. John not went to the mountain to the throne of God. ਸੰਤ ਯਹੂਨਾ ਪਰਮੇਸ਼ਰ ਦੇ ਸਿੰਘਾਸਨ ਵਾਲੇ ਪਹਾੜ ਤੇ ਨਹੀਂ ਗਿਆ, In the spirit he went there. ਉਹ ਆਤਮਾ ਦੇ ਵਿੱਚ ਉੱਥੇ ਗਿਆ। Whosoever fill in the spirit, ਜੋ ਕੋਈ ਆਤਮਾ ਵਿੱਚ ਭਰੇਗਾ they will go to the Mount Zion and Jerusalem. ਉਹ ਸਿਯੋਨ ਤੇ ਯਰੂਸ਼ਲਮ ਪਹਾੜ ਤੇ ਜਾਣਗੇ। Only 5 minutes. ਕੇਵਲ 5 ਮਿੰਟ Surrender your life. ਆਪਣਾ ਜੀਵਨ ਸਮਰਪਿਤ ਕਰਾਂਗੇ, Surrender your life. ਆਪਣਾ ਜੀਵਨ ਸਮਰਪਿਤ ਕਰਾਂਗੇ। Oh, Lord is coming soon. ਪ੍ਰਭੂ ਜਲਦੀ ਆ ਰਿਹਾ ਹੈ। Lord, lead me to the higher than I. ਪਰਮੇਸ਼ਰ ਮੈਨੂੰ ਉਸ ਚਟਾਨ ਤੇ ਪਹੁੰਚਾ ਜੋ ਮੇਰੇ ਤੋਂ ਉੱਚੀ ਹੈ। Open your mouth and cry. ਆਪਣਾ ਮੂੰਹ ਖੋਲ ਕੇ ਦੁਹਾਈ ਦਿਆਂਗੇ। Right now the anointing will come upon you. ਹੁਣੇ ਹੀ ਮਸਾ ਤੁਹਾਡੇ ਉੱਤੇ ਆਏਗਾ। Amen. 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 God will give the grace to you. ਪਰਮੇਸ਼ਰ ਤੁਹਾਨੂੰ ਕਿਰਪਾ ਬਖਸ਼ੇਗਾ। Amen. Amen. God will lift up you by the Holy Spirit. ਪਰਮੇਸ਼ਰ ਪਵਿੱਤਰ ਆਤਮਾ ਦੇ ਦੁਆਰਾ ਤੁਹਾਨੂੰ ਉੱਪਰ ਉਠਾਏਗਾ। Open your mouth. ਆਪਣਾ ਮੂੰਹ ਖੋਲਾਂਗੇ। मेरी तो ऊंची जो चट्टान उस ते मैनू तू दे पहुंचा, पना मेरी ते गढ़ है ऊंचा, सन्मुख बैरी ही तू है सदा। मेरी तो ऊंची है जो चट्टान उस ते मैनू तू दे पहुंचा, ते गढ़ है ऊंचा, सन्मुख बैरी ही तू है सदा। मेरी तो ऊंची है जो चट्टान उस ते मैनू तू दे पहुंचा, पना मेरी ते गढ़ है ऊंचा, सन्मुख बैरी ही तू है सदा। Hallelujah. जो चट्टान उस ते मैनू तू दे पहुंचा, पना मेरी रे गढ़ है ऊंचा, सन्मुख बैरी ही तू है सदा। मेरी तो ऊंची है जो चट्टान उस ते मैनू तू दे पहुंचा, पना मेरी रे गढ़ है ऊंचा,
Shandara, Sharandara, Shandara, Manakatandara, Irubudiri, Bigiri, Budiri, Bigiri, Budiri, Bigiri, Irubudiri, Bigiri, Budiri, Bigiri, Budiri, Bigiri, Budiri, Bigiri, Shira, Irubudiri, Bigiri, Budiri, Bigiri, Budiri, Bigiri, Shira, Manakatara, Irubudiri, Bigiri, Budiri, Bigiri, Budiri, Bigiri, Budiri, Bigiri, Budiri, Bigiri, Irubudiri, Bigiri, Budiri, Bigiri, Budiri, Bigiri, Shira, Manakatara. आमीन 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 2 मिनट आत्मा में बढ़ते जाओ 2 मिनट आत्मा में बढ़ जाओ आमीन 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 1 मिनट 1 मिनट दे रही 1 मिनट 1 मिनट दे रही अन्य भाषा बात करना गैर जुबान बोलो आत्मा में बढ़ते रहना आत्मा में बढ़ दे रहा हूँ ऊंचे चट्टान पर प्रभु लेके जाएगा परमेश्वर तो उस ऊंची चट्टान पे पहुंचाएगा आमीन 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 God gave the word and revelation, therefore let's praise God. परमेश्वर ने अपने वचन ते उसका प्रकाशन देता उससे लिए तारीफ करांगे Praise the Lord, praise the Lord, praise the Lord, praise the Lord. सुने इस वचन के अनुसार जीने का अनुग्रह अभिषेक दिया इसलिए धन्यवाद परमेश्वर के वचन के अनुसार जीवन व्यतीत करने की कृपा देती इसलिए तारीफ करांगे Praise the Lord, praise the Lord, praise the Lord, praise the Lord. शाम का चंडीगढ़ मीटिंग भी आशीष करना उसका विरोध में लाने वाले शक्तियों को नाश करके वचन पेश करना इसलिए 1 मिनट प्रार्थना करेंगे परमेश्वर शाम ਨੂੰ ਚੰਡੀਗੜ੍ਹ ਦੀ ਮੀਟਿੰਗ ਨੂੰ ਬਰਕਤ ਦੇਣਾ ਚਾਹੀਦਾ ਹੈ ਉਸ ਦੇ ਵਿਰੁੱਧ ਕੰਮ ਕਰਨ ਵਾਲੀਆਂ ਸਾਰੀਆਂ ਦੁਸ਼ਟ ਸ਼ਕਤੀਆਂ ਨੂੰ ਨਾਸ਼ ਕਰਕੇ ਪਰਮੇਸ਼ਰ ਫਤਹ ਦੇਣ ਲਈ 1 ਮਿੰਟ ਪ੍ਰਾਰਥਨਾ ਕਰਾਂਗੇ प्रभु शाम का मीटिंग विरोध में लड़ने वाले शक्ति को बांधगार से जला दे प्रभु उस शक्ति को जला दे शाम का मीटिंग विरोध में लड़ने वाला शक्ति को बांध के आग से जला दे शाम का मीटिंग आशीष करना आखिरी मीटिंग आशीष करना यीशु के नाम से मांगते आमीन तारीफ करेंगे तारीफ करांगे प्रेज द लॉर्ड प्रेज द लॉर्ड प्रेज द लॉर्ड प्रेज पिता पुत्र पवित्र आत्मा परमेश्वर को दंडवत करते हुए धन्यवाद करेंगे पिता पुत्र पवित्र आत्मा परमेश्वर ਨੂੰ दंडवत करते हुए तारीफ करांगे प्यारे प्रभु धन्यवाद करते प्रभु जी लॉर्ड परमेश्वर पुनरुत्थान के दिन में आत्मा में सच्चाई में और एक बार तुझे आराधना करने के लिए परमेश्वर हमारे जीवन में मदद किया इसलिए हम धन्यवाद करते प्रभु जी पिछले दिनों में सारे लोगों को संभाला हर एक जरूरतों को पूरा कर दिया हर एक लोगों के जाने आने में काम में सारे बातों में परमेश्वर साथ में रह के सबको परमेश्वर संभाल कर रखा किसी को कोई आपत्ति होने बिना बीमार होने बिना परमेश्वर संभाला आया हुआ हर एक बीमारी से परमेश्वर छुटकारा भी दिया इसलिए हम धन्यवाद करते प्रभु जी लॉर्ड कितना सारे बीमारी से परमेश्वर बचा कर रखा है इसलिए हम धन्यवाद करते प्रभु जी ये सुबह का समय तेरा समूह में लेके आए हुआ एक लोगों के लिए हम धन्यवाद करते प्रभु जी लॉर्ड तेरा समूह में आके गीत गा के आनंदित होने के लिए मगन होने के लिए परमेश्वर का आवाज सुनने के लिए परमेश्वर मदद किया इसलिए हम धन्यवाद करते प्रभु जी कितना लोग कितना सारे बातों के लिए विनती किया है प्रार्थना का विनती किया है वो सारे बातों को परमेश्वर पूरा करके दे हर एक जरूरतों को
को परमेश्वर पूरा करने के लिए विनती करते प्रभु जी लॉर्ड। परमेश्वर हमको दिया हुआ बहुमूल्य वचनों के लिए हम धन्यवाद करते। जो चट्टान मेरे लिए ऊंचा है उस पर मुझे ले चल करके तेरे वचन में हम सुनाए प्रभु जी लॉर्ड। सिय्योन और यरूशलेम पहाड़ तो हमारे लिए रखा है। ये पहाड़ में परमेश्वर हम सांसारिक सारे बातों को ऊपर जय पाके वो लॉर्ड परमेश्वर शारीरिक बातों को ऊपर जय पाके ये संसार पर ये पहाड़ पर चढ़ने के लिए परमेश्वर मदद करने के लिए विनती करते हैं प्रभु जी। मोरिया पर्वत पहाड़ के ऊपर परमेश्वर ने बोला अब्राहम को, परमेश्वर ने बोला तेरा एकलौता बेटा को उधर जाके बलि चढ़ाओ करके परमेश्वर सबसे अधिक प्यार करने वाले बातों को बलि चढ़ाने का ये मोरिया पहाड़ को पहाड़ दर्शाता है करके तेरे वचन में सुनाए प्रभु जी लॉर्ड। होरे पर्वत को परमेश्वर का अधिकार और सामर्थ्य दिया है वो लॉर्ड परमेश्वर। वो लॉर्ड हमारा जीवन में सारे बातों को ऊपर जय पाने के लिए परमेश्वर का आवाज सुनने के लिए होरे पर्वत परमेश्वर हमारे लिए मदद करता है। इसलिए हम धन्यवाद करते हैं प्रभु जी लॉर्ड। ये अनुभव हम पाने के लिए परमेश्वर मदद करने के लिए विनती करते हैं प्रभु जी लॉर्ड। सीनाई पर्वत के ऊपर सीनाई पर्वत परमेश्वर का आग को दर्शाता है। वो परमेश्वर पवित्र आत्मा का अनुभव को दिखाता है प्रभु जी लॉर्ड। पवित्र आत्मा का द्वारा सारे बातों को ऊपर जय पाने के लिए परमेश्वर मदद करने के लिए विनती करते हैं। करमेल पहाड़ परमेश्वर का न्याय को दर्शाता है। परमेश्वर हम अपने आप को न्याय करने के लिए दूधों को न्याय करने के लिए जगत को न्याय करने वाला है प्रभु जी लॉर्ड। परमेश्वर ये बात परमेश्वर हम अपने आप को न्याय करके सारे बातों को ऊपर जय पाने के लिए परमेश्वर मदद करने के लिए करमेल पहाड़ का अनुभव हमारे जीवन में आने के लिए परमेश्वर मदद करने के लिए विनती करते हैं प्रभु जी लॉर्ड। ओ लॉर्ड परमेश्वर जैतून पहाड़ परमेश्वर का प्रार्थना का अनुभव को दर्शाता है प्रभु जी लॉर्ड। परमेश्वर हमारे व्यक्तिगत जीवन में प्रार्थना जीवन होना चाहिए। जागते हुए रह के प्रार्थना करने का अनुभव हमारे जीवन में होना चाहिए प्रभु जी लॉर्ड। इसका द्वारा सारे बातों को पर जय पाने के लिए परमेश्वर मदद करो प्रभु जी लॉर्ड। ये पहाड़ सबसे ऊंचा है। ये पहाड़ परमेश्वर पवित्र पर्वत है प्रभु जी लॉर्ड। परमेश्वर इधर लोग आनंदित होता है। परमेश्वर प्रार्थना के द्वारा रूपांतर का अनुभव पाने के लिए परमेश्वर मदद करने के लिए विनती करते हैं प्रभु जी। कैसा परमेश्वर यीशु ने रूपांतर हो गया है जैसा हम भी रूपांतर होके महिमा को ऊपर महिमा पाने के लिए परमेश्वर मदद करने के लिए विनती करते हैं। और सिय्योन पहाड़ परमेश्वर हमारे लिए रखा है जो पवित्र लोग इस पर चलेगा करके तेरे वचन में हम सुनाए प्रभु जी लॉर्ड। हम पवित्र होके सिय्योन पहाड़ में चलने का अनुभव देने के लिए विनती करते हैं प्रभु जी लॉर्ड। ये सारे पहाड़ का अनुभव पहाड़ का जीवन परमेश्वर हमारे अंदर देने के लिए विनती करते हैं प्रभु जी लॉर्ड। जो वचन सुनाए उसका अनुसार जीवन बिताने के लिए उस पर चलने के लिए हर एक लोगों को परमेश्वर मदद कर प्रभु जी। ये बहुमूल्य वचनों के द्वारा लोगों के साथ परमेश्वर बात किया है। हफ्ता पूरा जीवन बिताने के लिए वचनों को पकड़ कर चलने के लिए हर एक लोगों को परमेश्वर मदद करो प्रभु जी। और भी आज का आखिरी वो लॉर्ड परमेश्वर चंडीगढ़ का मीटिंग को परमेश्वर आशीष का प्रभु जी लॉर्ड। तेरा वचन सुनने वाला और एक लोग परमेश्वर नित्य राज्य के लिए तैयार होने के लिए मदद करो प्रभु जी। कोई भी नाश नहीं होना है प्रभु जी। नया लोग आके वचन सुनने के लिए मदद कर। लगातार होने वाले सारे कन्वेंशन को भी परमेश्वर आशीष कर। हमारा संडे स्कूल का सेवा भी परमेश्वर आशीष कर प्रभु जी लॉर्ड। तेरे नाम का महिमा होने दे। सबसे बढ़कर परमेश्वर तेरे आगमन के लिए हम सबको तैयार करने के लिए विनती करते हैं यीशु मसीह के नाम से मान दे। Amen. Now may the grace of Lord Jesus Christ, the love of God, the sweet fellowship of the Holy Ghost rest abide with us till Jesus returns in His glory. Amen. Hallelujah. 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 सबको praise the Lord.